Rajewal Saab, my name is Gary Singh Garewal. I'm a host here. But let me introduce in the top there. Mirish Singh Sidhu ji बैठे ने और ऑटोमोटिव इंजीनियर ने अपने एरोस्पेस दे ते राइट हैंड दे मेरे बैठे ने बलजिंदर सिंह सिद्धू ने ही आल्सो इन लॉस एंजल्स कैलिफोर्निया डॉक्टर सियाल साहब ने प्रवीण सियाल ने नाम लिखा होया ही इज आल्सो डॉक्टर ही है पशौरा सिंह ढिल्लों ने ही आर्टिकल इंजीनियर आ चरणजीत बाठ हरी पग वाले बैठे इन्होंने किसानां वाली हरी पग बनी हुई आ चरणजीत सिंह बाठ ऊपर बैठे आ गॉड ब्लेस यू अच्छा ਇਹਦੇ ਉੱਪਰ ਲਿਖਿਆ ਓਨਰ ਸਿੰਘ ਮੱਲੀ ਸਾਹਿਬ ਨੇ ਟੋਰਾਂਟੋ ਤੋਂ ਸਾਡੇ ਮੈਂ ਜਾਣਦਾ ਜੀ ਉਹਨਾਂ ਨੂੰ ਮੱਲੀ ਸਾਹਿਬ ਦੇਖ ਲਓ ਤੁਸੀਂ ਅੱਛਾ ਤੁਹਾਡੇ ਲੈਫਟ ਤੇ ਬੈਠੇ ਨੇ ਬਲੂ ਪੱਗ ਵਾਲੇ ਆਈਫੋਨ ਐਕਸ ਲਿਖਿਆ ਹੋਇਆ ਇਹ ਆਪਣੇ ਓਪਰਾ ਤੋਂ ਹਰਭਜਨ ਸਿੰਘ ਸਮਰਾ ਹੀ ਇਜ਼ ਆਲਸੋ ਮਾਸਟਰ ਡਿਗਰੀ ਇਕਨੋਮਿਕਸ ਹੀ ਇਜ਼ ਆਲਸੋ ਬਿਗ ਫਾਰਮਰ ਹੀ Chanjit Bhatt and Harbhajan Singh Samra, they will help you to be develop your system, everything. They will. Okay ji. Baljinder Singh Sidhu ji. Rajewal Sahab, ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਅਸੀਂ ਤੁਹਾਡੇ ਬਾਰੇ ਥੋੜੀ ਜਿਹੀ ਇਹਨਾਂ ਨੂੰ ਇੰਟਰੋਡਿਊਸ ਕਰ ਚੁੱਕੇ ਹਾਂ। ਮੈਂ ਇਹਨਾਂ ਨੂੰ ਦੱਸ ਚੁੱਕਿਆ ਕਿ ਤੁਸੀਂ 3 ਮੈਂਬਰ ਹੁੰਦੇ ਸੀ ਭਾਰਤੀ ਕਿਸਾਨ ਯੂਨੀਅਨ ਦੇ ਵਿੱਚ। ਤੁਸੀਂ 65-70 ਤੋਂ ਗ੍ਰੀਨ ਰੈਵੋਲੂਸ਼ਨ ਤੋਂ ਲੈ ਕੇ ਹੁਣ ਤੱਕ ਇਸ ਨੂੰ ਲੀਡ ਕਰਦੇ ਆਏ ਹੋ। ਤੇ ਇੱਕ ਮੈਂ ਤੁਹਾਡੇ ਬਾਰੇ ਵੀ ਦੱਸਿਆ ਸੀ ਕਿ ਕਿਸੇ ਪਾਰਟੀ ਲਈ ਕਦੇ ਵਿਕੇ ਨਹੀਂ ਤੇ ਨਾ ਹੀ ਕਿਸੇ ਦੇ ਨਾਲ ਰਲਿਆ। ਇਹ ਸਿਰਫ ਆਪਣੀ ਜਿਹੜਾ ਕਿਸਾਨ ਦੇ ਇਸ਼ੂ ਦੇ ਉੱਤੇ ਚੱਲਦੇ ਰਹੇ ਨੇ। ਸੋ ਅਸੀਂ ਇਹ ਬਹੁਤ ਐਪਰੀਸ਼ੀਏਟ ਕਰਦੇ ਹਾਂ। ਤੇ ਇਸ ਵੇਲੇ ਵੀ ਜਿਹੜਾ ਤੁਸੀਂ ਜਿਸ ਤਰ੍ਹਾਂ ਲੀਡਰਸ਼ਿਪ ਨਾਲ ਚਲਾ ਰਹੇ ਹੋ ਬੜੇ ਸ਼ਾਂਤੀ ਤਰੀਕੇ ਨਾਲ, ਅਸੀਂ ਬਹੁਤ ਉਹਦੇ ਨਾਲ ਖੁਸ਼ ਹੈਗੇ ਹਾਂ। ਤੇ ਅੱਗੇ ਵਾਸਤੇ ਅਸੀਂ ਤੁਹਾਨੂੰ ਇਹੀ ਵੈਲ ਵਿਸ਼ੇਸ ਭੇਜਦੇ ਹਾਂ ਕਿ ਅਸੀਂ ਤੁਸੀਂ ਜੋ ਕਰ ਰਹੇ ਹੋ ਬਹੁਤ ਅੱਛਾ ਕਰ ਰਹੇ ਹੋ। ਸੋ ਬੇਸਿਕਲੀ ਇਹਨਾਂ ਬਾਰੇ ਸਾਰਿਆਂ ਨੂੰ ਵੈਸੇ ਪਤਾ, ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਅੱਜ ਦੇ ਨਹੀਂ, ਮੈਂ ਉਦੋਂ ਕਾਲਜ ਇੰਜੀਨੀਅਰਿੰਗ ਕਾਲਜ ਪੜ੍ਹਦਾ ਸੀ ਪੰਜਾਬ 'ਚ, ਜਦੋਂ 70-71 ਜਦੋਂ ਦਾ ਮੈਂ ਤੁਹਾਨੂੰ ਵਾਚ ਕਰਦਾ ਸੀ ਕਿਉਂਕਿ ਤੁਸੀਂ ਇੰਦਰਾ ਗਾਂਧੀ ਨਾਲ ਜਾ ਕੇ ਨੈਗੋਸ਼ੀਏਟ ਕੀਤੀ ਸੀ ਪ੍ਰਾਈਸ ਦੁਬਾਰਾ ਕਣਕ ਦੀ। ਸੋ ਐਨੀਵੇ, ਸੋ in short, he's been committed whole life for the cause of the farmers. So that's what I would say. So thank you very much for joining us today in this Zoom meeting. Hopefully we can exchange our views. ਰਾਜੇਵਾਲ ਸਾਹਿਬ, ਮੈਂ ਇੱਥੇ ਥੋੜਾ ਜਿਹਾ ਕਹਿਣਾ ਚਾਹੁੰਦਾ ਹੈਗਾ ਕਿ ਤੁਹਾਡੀਆਂ ਸਾਰੀਆਂ ਵੀਡੀਓ, ਐਵਰੀ ਇਨਫੋਰਮੇਸ਼ਨ, ਐਵਰੀ ਮਿੰਟ, ਕੋਈ ਕਮਿਊਨਿਟੀ ਵੀ ਆ, ਚਾਹੇ ਉਹ ਆਸਟ੍ਰੇਲੀਆ, ਚਾਹੇ ਟੋਰਾਂਟੋ ਆ, ਚਾਹੇ ਇੱਥੇ ਆ, ਹਿੰਦੂ, ਪੰਜਾਬੀ, ਸਿੱਖ, ਬੰਗਾਲੀ, ਗੁਜਰਾਤੀ, everybody is hearing now what is happening there every second. Believe it or not. Now question comes, we want to bring a peaceful everything, we love India, we like to bring people together. ਤੁਹਾਨੂੰ 2-4 ਕੁਐਸਚਨ ਅਸੀਂ ਕਲੈਰੀਫਾਈ ਕਰਨੇ ਆ। ਵਾਰੀ ਪਸ਼ੌਰਾ ਸਿੰਘ ਜੀ। ਹਾਂਜੀ ਰਾਜੇਵਾਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੇ ਇਹ ਕਹੂੰਗਾ ਕਿ ਤੁਸੀਂ ਬਹੁਤ ਇਸ ਸਿਖਰ ਤੇ ਲੈ ਆਂਦੀ ਹੈ ਲੜਾਈ, ਐਂਡ ਹੋਪਫੁਲੀ ਇਹ ਜਿਹੜੇ 3 ਕਾਨੂੰਨ ਨੇ, ਜਿਸ ਤਰ੍ਹਾਂ ਮੱਲੀ ਸਾਹਿਬ ਨੇ ਤੁਹਾਡੇ ਆਉਣ ਤੋਂ ਮੇਰਾ ਖਿਆਲ ਪਹਿਲੋਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਸਰਕਾਰ ਨੇ ਇਹ ਗਲਤ, ਇਟਸ ਅ ਗੁੱਡ ਐਫਰਟ, ਪਰ ਡਾਨੇ ਨੇ ਇਹਨੇ ਰੋਂਗ ਵੇ। ਤੇ ਉਹ ਗਲਤ ਉਹਨਾਂ ਨੇ ਇਹ ਕੀਤਾ ਕਿ ਜਿਹੜੀਆਂ ਸਟੇਕੇ ਪਾਰਟੀ ਸੀ ਉਹਨਾਂ ਨੂੰ ਕਿਸੇ ਨੂੰ ਕੰਸਲਟ ਨਹੀਂ ਕੀਤਾ ਔਰ ਇਹ ਕਾਨੂੰਨ ਜਿਹੜੇ ਬਣ ਗਏ। ਪਰ ਖੈਰ, ਮੈਂ ਸਮਝਦਾ ਸਾਂ ਪਿਛਲੀ ਕਾਨਫਰੰਸ ਵਿੱਚ ਵੀ ਮੈਂ ਕਿਹਾ ਸੀਗਾ ਕਿ 2 ਗਲਤੀਆਂ ਸਰਕਾਰ ਨੇ ਕੀਤੀਆਂ। ਇੱਕ ਤਾਂ ਉਹਨਾਂ ਨੂੰ ਕੰਸਲਟ ਨਹੀਂ ਕੀਤਾ ਉਦੋਂ, ਨੰਬਰ 2 ਚਲੋ ਜੇ ਇੱਕ ਉਹ ਹੋ ਗਈ ਸੀ ਤੇ ਕਾਨੂੰਨ ਬਣਨ ਤੋਂ ਬਾਅਦ ਵੀ ਜੇ ਹੁਣ ਇੰਨੀ ਮਤਲਬ ਹਾਹਾਕਾਰ ਮਚ ਰਹੀ ਹੈ ਤੇ ਹੁਣ ਵੀ ਜਿਹੜਾ ਉਹ ਇਹਨੂੰ ਕਰ ਰਹੀ, ਸੋ ਦੇ ਆਰ ਮੇਕਿੰਗ ਏ ਡਬਲ ਮਿਸਟੇਕ। ਮੈਂ ਹੁਣ ਇਹ ਕਹਿਣਾ ਚਾਹੁੰਦਾ ਤੁਹਾਨੂੰ ਮੈਸੇਜ ਕਿ ਜੇ ਇਹ ਰੱਬ ਕਰੇ ਇਹ ਕਾਨੂੰਨ ਰੱਦ ਹੋ ਜਾਣ ਔਰ ਨਵੇਂ ਸਿਰੇ ਤੋਂ ਬਣਨ, ਤੇ ਫਿਰ ਇਹਨੂੰ ਐਗਰੀਕਲਚਰ ਰਿਫਾਰਮ ਜਿਹੜੇ ਇੰਡੀਆ ਸਾਰੇ ਦਾ, ਪੰਜਾਬ ਦਾ ਹੀ ਨਹੀਂ, ਉਹ ਇਟ ਨੀਡਸ ਏ ਕੰਪਰੀਹੈਂਸਿਵ ਪਾਲਿਸੀ, not only economic. So ਆਪਣਾ ਜਿਹੜਾ ਨਾ it is not about ਜਿਹੜੀ ਆਪਣੀ ਲੜਾਈ ਹੈ, it is not about MSP, it is about the social impact. Okay, go ahead sir, Rajewal ਸਾਹਿਬ। ਇਸ ਤਰ੍ਹਾਂ ਜੀ, ਅਸੀਂ ਸ਼ੁਰੂ ਤੇ ਇਹ ਕਹਿੰਦੇ ਆਏ ਆ ਵੀ ਸਰਕਾਰ ਨੂੰ ਜੇ ਕੋਈ ਖੇਤੀ ਸੈਕਟਰ ਦੇ ਨਾਲ ਸੰਬੰਧਿਤ ਕਾਨੂੰਨ ਬਣਾਉਣਾ ਹੈ ਤਾਂ ਘੱਟੋ ਘੱਟ ਖੇਤੀ ਸੈਕਟਰ ਨਾਲ ਜੁੜੇ ਲੋਕਾਂ ਦੇ ਨਾਲ ਸਲਾਹ ਮਸ਼ਵਰਾ ਕਰਨਾ ਜ਼ਰੂਰੀ ਹੈ। ਅਸਲੀਅਤ ਇਹ ਹੈ ਵੀ ਇਹਨਾਂ ਨੇ ਨਾ ਤਾਂ ਕਿਸੇ ਨੇ ਸਲਾਹ ਕੀਤੀ, ਇਹ ਲੈ ਕੇ ਵੀ ਉਸ ਵੇਲੇ ਆਰਡੀਨੈਂਸ ਜਿਸ ਵੇਲੇ ਕੋਵਿਡ 'ਚ ਲੋਕੀ ਸਾਰੇ ਘਰਾਂ 'ਚ ਤੁੜੇ ਹੋਏ ਸੀ,
ਉਹ ਤੋਂ ਬਾਅਦ ਅਸੀਂ ਉਦੋਂ ਹੀ ਇਹਦੀ ਲੜਾਈ ਸ਼ੁਰੂ ਕਰ ਦਿੱਤੀ। ਇਨਫੈਕਟ ਉਦੋਂ ਵੀ ਪਹਿਲਾਂ ਜਦੋਂ ਬਹੁਤ ਸਾਰੇ ਪਾਸਿਆਂ ਤੋਂ ਕਈ ਸਾਰੀਆਂ ਰਿਪੋਰਟਸ ਬੜਾ ਕੁਝ ਸਾਡੇ ਕੋਲ ਆ ਰਿਹਾ ਸੀ, ਉਹ ਤੋਂ ਫਿਰ ਤਿਆਰੀ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਅਸੀਂ ਪਤਾ ਸੀ ਸਰਕਾਰ ਦਾ ਵੀ ਇਹ ਕੁਝ ਕਰਨ ਵਾਲੀ ਹੈ। ਤੇ ਜਦੋਂ ਉਹਨਾਂ ਨੇ ਹੁਣ ਇਹ ਕੀਤਾ ਹੀ ਹੈ ਤਾਂ ਸਾਡਾ ਜਿਹੜਾ ਇਹਦੇ 'ਚ ਸਿਰਫ ਇੱਕੋ ਗੱਲ ਨਾਲ ਹੈਗਾ ਮਤਭੇਦ ਵੀ ਜਿਹੜਾ ਐਗਰੀਕਲਚਰ ਹੈ ਇਟਸ ਸਟੇਟ ਸਬਜੈਕਟ, ਇਹਦੇ ਵਿੱਚ ਕੇਂਦਰ ਸਰਕਾਰ ਦਖਲ ਨਹੀਂ ਦੇ ਸਕਦੀ। ਇਹ ਤਿੰਨ ਲਿਸਟਾਂ ਨੇ, ਤੁਸੀਂ ਸਾਰੇ ਜਾਣਦੇ ਹੋ, ਸਟੇਟ ਲਿਸਟ, ਯੂਨੀਅਨ ਲਿਸਟ ਤੇ ਕੰਕਰੈਂਟ ਲਿਸਟ। ਤੇ ਹੁਣ ਤਾਈਂ ਤਾਂ ਇਹ ਮੰਨਦੇ ਨਹੀਂ ਰਹੇ, ਇਹ ਕਹਿੰਦੇ ਰਹੇ ਜੀ ਅਸੀਂ ਕਿਸਾਨਾਂ ਦੇ ਭਲੇ ਲਈ ਇਹ ਕਾਨੂੰਨ ਬਣਾਇਆ। ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਦੇ ਕਿਸੇ ਨੇ ਇਹ ਭਲਾ ਕਰਾਉਣ ਵਾਸਤੇ ਤੁਹਾਨੂੰ ਕਦੇ ਕਿਸੇ ਨੇ ਅਪੀਲ ਵੀ ਕੀਤੀ? ਜੇ ਕਿਸੇ ਨੇ ਨਹੀਂ ਕੀਤੀ ਤੁਹਾਨੂੰ ਕਿੱਥੋਂ ਇਹ ਬੁਖਾਰ ਚੜ ਗਿਆ ਵੀ ਤੁਸੀਂ ਕਿਸਾਨਾਂ ਦਾ ਭਲਾ ਜ਼ਰੂਰ ਕਰਨਾ। ਰਿਐਲਿਟੀ ਇਹ ਹੈ ਵੀ ਇਹਨਾਂ ਤੇ ਕਾਰਪੋਰੇਟ ਹਾਊਸਿਸ ਦਾ ਬਹੁਤ ਦਬਾਅ ਹੈ। ਤੇ ਪੰਜਾਬ ਔਰ ਹਰਿਆਣੇ ਦੀ ਖੇਤੀ ਬਾਕੀ ਸਟੇਟਸ ਨਾਲੋਂ ਵੱਖਰੀ ਹੈ। ਪੰਜਾਬ ਔਰ ਹਰਿਆਣੇ ਦਾ ਮਾਰਕੀਟਿੰਗ ਸਿਸਟਮ ਵਨ ਆਫ ਦ ਬੈਸਟ ਹੈ ਇਨ ਦ ਵਰਲਡ। ਤੋ ਇਸ ਕਰਕੇ ਇੱਥੇ ਇਹਦਾ ਕਸ਼ਟ ਹੋਣਾ ਜ਼ਰੂਰੀ ਸੀ, ਲਾਜ਼ਮੀ ਸੀਗਾ, ਲੋਕਾਂ ਤੇ ਅਸਰ ਸੀ ਇਹਦਾ। ਤੇ ਅਸੀਂ ਸ਼ੁਰੂ ਕਰਦੇ ਕਰਦੇ ਅੱਜ ਇੱਥੇ ਪਹੁੰਚ ਗਏ ਹਾਂ। ਐਜੀਟੇਸ਼ਨ ਇੱਥੇ ਆ ਗਈ ਹੈ। ਬੜੀਆਂ ਮੀਟਿੰਗਸ, ਮੈਰਾਥਨ ਮੀਟਿੰਗਸ ਹੋ ਚੁੱਕੀਆਂ। 4-4, 5-5 ਘੰਟੇ ਅਸੀਂ ਆਪਣਾ ਕੇਸ ਪੇਸ਼ ਕੀਤਾ ਵੱਖ-ਵੱਖ ਲੈਵਲ ਤੇ। ਕਦੇ ਐਗਰੀਕਲਚਰ ਮਿਨਿਸਟਰ ਤੇ ਰੇਲਵੇ ਮਿਨਿਸਟਰ ਹੁੰਦੇ ਸੀ, ਕਦੇ ਹੋਮ ਮਿਨਿਸਟਰ ਹੁੰਦੇ ਸੀ। ਸਾਰੇ ਉਹਨਾਂ ਕੋਲ ਜਵਾਬ ਕੋਈ ਨਹੀਂ, ਸਿਰਫ ਉਹ ਇਸ ਵੇਲੇ ਇੱਥੇ ਆਏ ਖੜੇ ਹੈ ਵੀ ਦੇਖੋ ਜੀ ਤੁਸੀਂ ਸਾਨੂੰ ਰਿਪੀਲ ਕਰਨ ਵਾਸਤੇ ਨਾ ਕਹੋ, ਤੁਸੀਂ ਕਾਨੂੰਨ ਜਿੰਨਾ ਇਨਇਫੈਕਟਿਵ ਬਣਾਉਣਾ ਹੈ, ਅਮੈਂਡਮੈਂਟ ਜਿੰਨੀਆਂ ਕਰਾਉਣੀਆਂ ਕਰਵਾ ਲਓ। ਤਾਂ ਸਾਡਾ ਕਹਿਣਾ ਇਹ ਹੈ ਵੀ ਜਦੋਂ ਇਹ ਤੁਹਾਡਾ ਸਬਜੈਕਟ ਹੀ ਨਹੀਂ, ਤੁਸੀਂ ਇਹਦੇ 'ਚ ਹੱਥ ਕਿਉਂ ਪਾਇਆ? ਇਹ ਜੇ ਅਸੀਂ ਇਨਡਾਇਰੈਕਟਲੀ ਇਹ ਕਾਨੂੰਨ ਤੁਹਾਡਾ ਮੰਨ ਵੀ ਲੈਂਦੇ ਹਾਂ ਤੇ ਫਿਰ ਇਹਦਾ ਮਤਲਬ ਵੀ ਤੁਹਾਡਾ ਜਿਹੜਾ ਸਟੇਟ ਸਬਜੈਕਟ ਦੇ ਵਿੱਚ ਦਖਲ ਦੇਣਾ ਹੈ ਉਹ ਤਾਂ ਕਾਨੂੰਨੀ ਤੌਰ ਤੇ ਅਸੀਂ ਮੰਨ ਲਿਆ ਨਾ। ਅੱਜ ਤੱਕ ਇਸ ਸੈਕਟਰ 'ਚ ਕਦੇ ਗਵਰਨਮੈਂਟ ਆਫ ਇੰਡੀਆ ਨੇ ਦਖਲ ਨਹੀਂ ਦਿੱਤਾ, ਇਹ ਤੁਹਾਡਾ ਮੰਨਦਾ ਨਹੀਂ। ਇਸ ਕਰਕੇ ਇਹ ਕਾਨੂੰਨ ਹੀ ਕਿਉਂ ਹੈ, ਇਹਨੂੰ ਵਾਪਸ ਲਓ। ਹੁਣ ਦੇਖਦੇ ਆ ਕਿੰਨਾ ਕੁ ਦਬਾਅ ਹੈ, ਲੋਕੀ ਪੀਸਫੁਲੀ ਬੈਠੇ ਨੇ। ਸਭ ਤੋਂ ਵੱਡੀ ਇਸ ਅੰਦੋਲਨ ਦੀ ਤਾਕਤ ਇਹੀ ਹੈ ਤੇ ਅਸੀਂ ਇਹਨੂੰ ਸ਼ੁਰੂ ਤੇ ਅੱਜ ਤੱਕ ਪੀਸਫੁਲ ਰੱਖਿਆ। ਅਸੀਂ ਇੱਥੇ ਆਪਣੇ ਜਿਹੜੇ ਬੱਚੇ ਨੇ, ਨੌਜਵਾਨ ਬੱਚੇ ਜਿਨ੍ਹਾਂ ਨੂੰ ਲੋਕੀ ਆਮ ਤੌਰ ਤੇ ਇੱਥੇ ਵਿਦੇਸ਼ਾਂ 'ਚ ਬੈਠੇ ਲੋਕਾਂ ਨੂੰ ਵੀ ਡਰਾਉਂਦੇ ਸੀ ਵੀ ਇਹ ਜੀ ਇੱਥੇ ਨਸ਼ੇੜੀ ਹੋ ਗਏ, ਇੱਥੇ ਨੌਜਵਾਨ ਪਤਾ ਨਹੀਂ ਕਿਸੇ ਰਾਹ ਸਿਰ ਨਹੀਂ ਖਰੂਦੀ ਹੋ ਗਏ। ਇੱਥੇ ਤੁਸੀਂ ਹੈਰਾਨ ਹੋਵੋਗੇ, ਉਹੀ ਬੱਚੇ ਡਿਊਟੀ ਸੰਭਾਲੀ ਫਿਰਦੇ ਆ। ਜੇ ਕੋਈ ਡੈਕ ਵਜਾਉਂਦਾ ਫਿਰਦਾ ਉਹ ਆਪਣੇ ਹੱਥ 'ਚ ਇੱਕ ਮੋਟਰ ਚੱਕ ਕੇ ਪੁੱਛਦੇ ਕਿਸ ਖੁਸ਼ੀ 'ਚ ਡੈਕ ਵਜਾਉਂਦੇ। ਏਦਾਂ ਕੰਟਰੋਲ ਕੀਤਾ ਹੋਇਆ। ਸਰਕਾਰ ਵੀ ਹੱਥਕੰਡੇ ਵਰਤਦੀ ਹੁੰਦੀ ਆ, ਹਰ ਤਰ੍ਹਾਂ ਦੇ ਏਜੰਸੀਜ਼ ਦਾ ਦਖਲ ਵੀ ਹੈ, ਪਰ ਬਹੁਤ ਲੋਕਾਂ ਨੇ ਸੈਲਫ ਕੰਟਰੋਲ ਬਹੁਤ ਰੱਖਿਆ ਹੋਇਆ। ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਡਿਸਿਪਲਿਨ ਹੈ, ਪੀਸਫੁਲ ਹੈ। ਅਸੀਂ ਬੜਾ ਸਿੱਧਾ ਜਦੋਂ ਸਾਰੀ ਗੱਲਬਾਤ ਹੋ ਗਈ ਸਰਕਾਰ ਨੂੰ, ਹੋਮ ਮਿਨਿਸਟਰ ਨੂੰ ਮੈਂ ਕਿਹਾ ਸੀ ਜੀ ਵੀ ਦੇਖੋ ਵੀ ਵਰ ਪੀਸਫੁਲ, ਵੀ ਆਰ ਪੀਸਫੁਲ, ਵੀ ਵਿਲ ਬੀ ਪੀਸਫੁਲ। ਹੁਣ ਤੁਹਾਡੇ ਕੋਲ ਦੋ ਰਸਤੇ ਨੇ, ਜਾਂ ਤਾਂ ਸਾਡੀ ਮੰਗ ਮੰਨ ਲਓ ਜਿਹੜੀ ਤੁਸੀਂ ਮੰਨਦੇ ਹੋ, ਤੁਸੀਂ ਰਿਪੀਲ ਕਰਨ ਨੂੰ ਤਿਆਰ ਨਹੀਂ ਪਰ ਕਾਨੂੰਨ ਮੰਨਦੇ ਹੋ ਵੀ ਗਲਤ ਬਣ ਗਿਆ, ਇਹ ਜਾਂ ਤਾਂ ਉਹਨੂੰ ਰਿਪੀਲ ਕਰ ਲਓ, ਨਹੀਂ ਅਸੀਂ ਬੈਠੇ ਹਾਂ, ਦੋ ਹੀ ਰਸਤੇ ਨੇ, ਸਾਨੂੰ ਗੋਲੀਆਂ ਮਾਰੋ, ਸਾਨੂੰ ਲਾਠੀਆਂ ਮਾਰੋ, ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਾਂਗੇ, ਸਾਨੂੰ ਕੁੱਟ ਕੇ ਇੱਥੇ ਭਜਾ ਦਿਓ, ਅਸੀਂ ਵਾਪਸ ਮੁੜਨ ਵਾਲੇ ਜੀ। ਤੇ ਤੁਹਾਡਾ ਜਿਹੜੇ ਵਿਦੇਸ਼ਾਂ 'ਚ ਬੈਠੇ ਸਾਡੇ ਭਰਾ ਨੇ, ਮੇਰੇ ਕੋਲ ਸ਼ਬਦ ਨਹੀਂ ਉਹਨਾਂ ਦੇ, ਇੰਨੀ ਹਮਦਰਦੀ, ਇੰਨਾ ਪਿਆਰ, ਇੰਨਾ ਤੁਸੀਂ ਸਾਥ ਦਿੱਤਾ ਸਾਡੇ ਸਾਰਿਆਂ ਕੋਲ, ਉਹਦੇ ਲਈ ਤੁਹਾਡਾ ਧੰਨਵਾਦ ਕਰਨ ਲਈ ਸ਼ਬਦ ਨਹੀਂ। ਪੰਜਾਬੀ ਕਮਿਊਨਿਟੀ ਦਾ ਇਸ ਗੱਲੋਂ ਹੋਰ ਵੀ ਧੰਨਵਾਦ ਵੀ ਆਮ ਤੌਰ ਤੇ ਇਹੋ ਜਿਹੇ ਅੰਦੋਲਨ ਜਿਹੜੇ ਲੰਬੇ ਚਲੇ ਜਾਂਦੇ ਨੇ ਉਹਦੇ 'ਚ ਵਾਇਲੈਂਸ ਕਿਤੇ ਨਾ ਕਿਤੇ ਆ ਜਾਂਦਾ ਹੈ। ਹੁਣ ਤੱਕ ਅਸੀਂ ਕਾਮਯਾਬ ਰਹੇ, ਇੱਥੇ ਅਸੀਂ ਵਾਇਲੈਂਸ ਨਹੀਂ ਹੋਣ ਦਿੱਤਾ। ਇਹ ਵੀ ਪੰਜਾਬੀਆਂ ਦੀ ਇੱਕ ਵੱਡੀ ਪ੍ਰਾਪਤੀ ਹੈ। ਇਸ ਅੰਦੋਲਨ ਨੂੰ ਹੁਣ ਇੱਕ ਨਵਾਂ ਹਿਸਟੋਰਿਕ ਅੰਦੋਲਨ ਦੇ ਤੌਰ ਤੇ ਦੇਖਿਆ ਜਾ ਰਿਹਾ ਤੇ ਇਸ ਵੇਲੇ ਹੁਣ ਇਕੱਲਾ ਪੰਜਾਬ ਨਹੀਂ ਰਿਹਾ, ਹਰਿਆਣਾ ਵੀ ਉਸੇ ਤਰ੍ਹਾਂ ਮੂਵ ਹੋ ਗਿਆ ਜਿਵੇਂ ਪੰਜਾਬ ਮੂਵ ਹੋਇਆ ਸੀ, ਤੇ ਦੂਸਰੀਆਂ ਸਟੇਟਸ ਤੋਂ ਵੀ ਉਸੇ ਤਰ੍ਹਾਂ ਲੋਕੀ ਆਉਣੇ ਸ਼ੁਰੂ ਹੋ ਗਏ। ਕੱਲ ਯੂਪੀ ਦੇ ਬਾਰਡਰ ਤੇ ਯੂਪੀ ਦੀ ਗਵਰਨਮੈਂਟ ਨੇ ਇੱਕ ਲੇਡੀਜ਼ ਦੇ ਵੱਡੇ ਜਥੇ ਨੂੰ ਲਾਠੀਆਂ ਨਾਲ ਕੁੱਟਿਆ, ਉਹ ਅਸੀਂ ਕੰਡੈਮ ਕੀਤਾ, ਪਰ ਉਹ ਪੀਸਫੁਲ ਰਹੇ। ਮੱਧ ਪ੍ਰਦੇਸ਼ ਤੋਂ ਕੁਝ ਕਿਸਾਨ ਆ ਕੇ ਪਲਵਲ ਤੋਂ ਨਾਕਾ ਲਾਈ ਬੈਠੇ ਨੇ, ਰਾਜਸਥਾਨ ਤੋਂ ਕਿਸਾਨਾਂ ਨੇ ਆ ਕੇ ਜੈਪੁਰ ਰੋਡ ਰੋਕੀ ਹੋਈ ਹੈ, ਤੇ ਅਸੀਂ ਪੰਜਾਬ ਵਾਲਿਆਂ ਨੇ, ਹਰਿਆਣੇ ਵਾਲਿਆਂ ਨੇ ਰੋਹਤਕ ਰੋਡ ਰੋਕੀ ਹੋਈ ਹੈ। ਆ ਜਿਹੜੀ ਦਿੱਲੀ ਨੂੰ ਨੈਸ਼ਨਲ ਹਾਈਵੇ ਹੈ ਇਹ ਰੋਕੀ ਹੋਈ ਹੈ। ਥਾਂ ਤੋਂ ਲੱਖਾਂ ਕਿਸਾਨ ਚਾਰੇ ਪਾਸੇ ਦਿੱਲੀ ਦੇ ਬੈਠੇ ਨੇ, ਦੇਖਦੇ ਕੀ ਹੁੰਦਾ।
ਇੱਕ ਮੇਰਾ ਕੁਐਸਚਨ ਹੈ ਤਾਂ ਕੁਝ ਲੋਕ ਕੋਈ ਪੈਸਾ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਨੂੰ ਤੁਹਾਡੀ ਕੁਝ ਆਵਾਜ਼ ਆਈ ਸੀ ਕਿ ਤੁਸੀਂ ਬੜਾ ਓਪਨਲੀ ਕਹਤਾ ਕਿ ਸਾਨੂੰ ਡੋਂਟ ਨੀਡ ਮਨੀ ਐਨੀਥਿੰਗ ਫਰਮ ਆਊਟਸਾਈਡ, ਵੀ ਹੈਵ ਇਨਫ ਐਵਰੀਥਿੰਗ, ਬਟ ਯੂ ਹੈਵ ਐਨੀ ਆਨਸਰ ਫॉर दैट? ਹਾਂਜੀ ਹਾਂ, ਅਸਲ ਇਸ ਤਰ੍ਹਾਂ ਵੀ ਪੈਸੇ ਇੱਥੇ ਵੀ ਲੋਕੀ ਬਹੁਤ ਦੇਈ ਜਾ ਰਹੇ ਨੇ। ਮੈਂ ਜਿਹੜੇ ਬਾਹਰ ਬੈਠੇ ਭਰਾ ਨੇ ਉਹਨਾਂ ਨੂੰ ਆਮ ਤੌਰ ਤੇ ਇੱਕ ਹੁੰਦਾ ਬਹੁਤ ਪ੍ਰੈਸ ਕਰਦੇ ਨੇ ਫੋਨ ਕਰਕੇ ਵੀ ਅਸੀਂ ਜ਼ਰੂਰ ਕੁਝ ਭੇਜਣਾ, ਜ਼ਰੂਰ ਕੁਝ ਭੇਜਣਾ। ਮੈਂ ਸਮਝਦਾ ਵੀ ਅਖੀਰ 'ਚ ਜਦੋਂ ਇਹੋ ਜਿਹੇ ਅੰਦੋਲਨ ਸਮਾਪਤ ਹੁੰਦੇ ਨੇ ਫਿਰ ਇਹ ਬਹੁਤਾ ਪੈਸਾ ਜਿਹੜਾ ਉਹ ਬਦਨਾਮੀ ਦਾ ਕਾਰਨ ਬਣਦਾ। ਮੈਂ ਹਮੇਸ਼ਾ ਇਹੋ ਰਿਕੁਐਸਟ ਕੀਤੀ ਹੈ ਬਾਹਰ ਬੈਠੇ ਭਰਾਵਾਂ ਨੂੰ ਵੀ ਪੈਸੇ ਨਾ ਭੇਜੋ। ਤੁਸੀਂ ਜਿਹੜਾ ਕੰਮ ਕਰ ਰਹੇ ਹੋ ਇਕੱਠੇ ਹੋ ਕੇ ਕਿਤੇ ਕੌਂਸਲੇਟ ਨੂੰ ਮੈਮੋਰੰਡਮ ਦੇ ਦਿੱਤਾ, ਕਿਤੇ ਤੁਸੀਂ ਪ੍ਰੈਸ ਵਿੱਚ ਚਲੇ ਗਏ, ਉਹਦਾ ਇੰਟਰਨੈਸ਼ਨਲ ਦਬਾਅ ਖੜਾ ਹੁੰਦਾ ਹੈ, ਉਹਦੀ ਕੋਈ ਕੀਮਤ ਨਹੀਂ। ਪੈਸੇ ਇੱਥੇ ਹੀ ਲੋਕ ਬਹੁਤ ਦੇਈ ਜਾ ਰਹੇ ਨੇ। ਇਸ ਕਰਕੇ ਮੈਨੂੰ ਖਤਰਾ ਲੱਗਦਾ ਹੈ ਵੀ ਕਿਤੇ ਇਹ ਨਾ ਹੋਏ ਬਾਅਦ ਵਿੱਚ ਇਹਦੇ ਪੈਸੇ ਦੇ ਮਾਮਲੇ ਤੇ ਕੋਈ ਹੋਰ ਨਵੀਂ ਕਿਸਮ ਦੀ ਮੁਸੀਬਤ ਖੜੀ ਹੋਏ। ਇਸ ਕਰਕੇ ਬਾਰ-ਬਾਰ ਮੇਰੀ ਇਹੀ ਰਿਕੁਐਸਟ ਹੁੰਦੀ ਹੈ ਵੀ ਪੈਸਿਆਂ ਦੀ ਲੋੜ ਨਹੀਂ, ਪੈਸੇ ਬਹੁਤ ਆ ਰਹੇ ਨੇ ਤੇ ਪਲੀਜ਼ ਇਹਨਾਂ ਨੂੰ ਕਿਸੇ ਹੋਰ ਚੰਗੇ ਕੰਮ ਲਈ ਵਰਤ ਲਿਓ। ਜਦੋਂ ਸਾਨੂੰ ਲੋੜ ਹੋਏਗੀ ਅਸੀਂ ਤੁਹਾਨੂੰ ਬੇਨਤੀ ਕਰ ਦਾਂਗੇ। ਸਾਨੂੰ ਪਤਾ ਤੁਸੀਂ ਕਦੀ ਭੱਜੇ ਨਹੀਂ ਸਾਤੋਂ, ਤੁਸੀਂ ਫੇਰ ਵੀ ਨਹੀਂ ਭੱਜਣਾ, ਪਰ ਅੱਜ ਲੋੜ ਨਹੀਂ। ਹਰਭਜਨ ਸਮਰਾ ਜੀ ਪਲੀਜ਼। ਹਾਂਜੀ, ਕੋਈ ਕੁਐਸਚਨ ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਕੀ ਚੇਂਜ ਲੈ ਕੇ ਆਉਣੀ ਚਾਹੁੰਦੇ ਹੋ, ਤੁਹਾਡਾ ਕੀ ਐਕਸਪੀਰੀਅੰਸ ਹੈ ਆਪਣਾ ਦੱਸੋ ਪਲੀਜ਼। ਅਮਰੀਕਾ ਦਾ ਵੀ ਆ, ਤੁਹਾਨੂੰ ਇੰਡੀਆ ਦਾ ਵੀ ਆ ਫਾਰਮਿੰਗ। ਗੋ ਹੈਡ ਪਲੀਜ਼। ਹਾਂਜੀ, ਜਿਹੜੀ ਇਹ ਚੇਂਜ ਹੈਗੀ ਆ ਹੋ ਸਕਦਾ ਇਹ ਠੀਕ ਹੋਵੇ, ਪਰ ਜਦੋਂ ਤਾਈਂ ਜਿਹਨਾਂ ਬੰਦਿਆਂ ਨੂੰ ਚੇਂਜ ਚਾਹੀਦੀ ਆ ਉਹਨਾਂ ਨੂੰ ਕੰਸਲਟ ਹੀ ਨਹੀਂ ਕੀਤਾ ਗਿਆ। ਇਹ ਤਾਂ ਬਹੁਤ ਵਧੀਆ ਚੇਂਜਸ ਹੋ ਸਕਦੀਆਂ ਜੇ ਇਹ ਜ਼ਿਮੀਂਦਾਰਾਂ ਨੂੰ, ਫਾਰਮਰ ਲੀਡਰਸ ਨੂੰ ਕੰਸਲਟ ਕਰਦੇ ਤੇ ਉਹਦੇ ਨਾਲ ਕੋਈ ਹੋਰ ਤਰੀਕੇ ਦੇ ਨਾਲ ਵਧੀਆ ਰਸਤੇ ਕੱਢ ਸਕਦੇ ਸੀ ਜਿਨ੍ਹਾਂ ਦੀ ਕਿਸੇ ਪੁਆਇੰਟ ਤੇ ਲੋੜ ਵੀ ਆ। ਪਰ ਜਿਹੜਾ ਜਿਸ ਤਰੀਕੇ ਨਾਲ ਇਹ ਲਿਆਂਦਾ ਗਿਆ, ਜਿਸ ਤਰੀਕੇ ਨਾਲ ਇਹਨਾਂ ਨੂੰ ਜ਼ਿਮੀਂਦਾਰਾਂ ਨੂੰ ਜਿਹੜੇ ਕੰਸਰਨਡ ਹੈਗੇ ਆ, ਜਿੱਦਾਂ ਉਹਨਾਂ ਨੂੰ ਨਹੀਂ ਇਨਵੋਲਵ ਕੀਤਾ ਗਿਆ ਕਿਉਂਕਿ ਉਹਨਾਂ ਦੀ ਤਾਂ ਸਮਝ ਵਿੱਚ ਹੀ ਨਹੀਂ ਆ ਰਿਹਾ ਵੀ ਇਹ ਹੈਗਾ ਕੀ ਆ। ਨੰਬਰ 2 ਤੇ ਉਹਨਾਂ ਨੂੰ ਜੇ ਉਹਨਾਂ ਨੇ ਫੋਰਨ ਕੰਟਰੀ ਜਿੱਦਾਂ ਵੈਸਟਰਨ ਕਲਚਰ ਨਹੀਂ ਫਾਲੋ ਕਰਨਾ, ਵੈਸਟਰਨ ਕਲਚਰ ਵਿੱਚ ਤਾਂ ਫਾਰਮਰਸ ਲਈ ਹੋਰ ਬਹੁਤ ਕੁਛ ਆ। ਇੱਥੇ ਬਹੁਤ ਜ਼ਿਆਦਾ ਸਹੂਲਤਾਂ ਹੈਗੀਆਂ। ਇੱਥੇ ਤਾਂ ਇਹ ਵੀ ਕਰਦੇ ਆ ਵੀ ਲੋਕਾਂ ਨੂੰ ਇੱਕ ਟਾਈਮ ਦੇ ਉੱਤੇ ਕੁਛ ਜਿਹੜੀਆਂ ਓਵਰ ਪ੍ਰੋਡਕਸ਼ਨ ਹੋ ਜਾਂਦੀ ਹੈ ਜਦੋਂ ਕੁਛ ਫਸਲਾਂ ਦੀ, ਤਾਂ ਗੌਰਮੈਂਟ ਪੇਜ਼ ਦੈਮ ਫਾਰ ਨਾਟ ਪਲਾਂਟਿੰਗ। ਉੱਥੇ ਕੋਈ ਏਦਾਂ ਦੀ ਜੇ ਕਣਕ ਜ਼ਿਆਦਾ ਹੋ ਗਈ, ਜੇ ਵੀਟ ਜ਼ਿਆਦਾ ਹੋ ਗਈ, corn ਜ਼ਿਆਦਾ ਹੋ ਗਈ, so they could come up with some decent amount ਕਿ ਇਸ ਸਾਲ ਤੁਸੀਂ ਕਣਕ ਨਾ ਬੀਜੋ, you will get so much money per acre। ਫਿਰ ਤੁਸੀਂ ਰਾਈਸ ਨਾ ਬੀਜੋ ਜੇ ਉੱਦਾਂ ਦੇ ਤੁਹਾਨੂੰ ਮਤਲਬ ਕਿ they will pay you so much। ਜਦੋਂ ਉਹਨਾਂ ਨੂੰ ਲੋੜ ਹੈਗੀ ਆ ਉਦੋਂ they can green light to the farmers again ਕਿ ਇੱਕ ਟੈਂਪਰੇਰੀ ਸੋਲੂਸ਼ਨ ਇਹ ਵੀ ਹੋ ਸਕਦਾ ਸੀ। ਤੇ ਹੋਰ ਵੀ ਹੁਣ ਕੋਵਿਡ ਵਰਗੇ ਟਾਈਮ ਦੇ ਵਿੱਚ ਜਦੋਂ ਜ਼ਿਮੀਂਦਾਰ ਹੈਗੇ ਆ ਉਹ ਤਾਂ ਆਲਰੇਡੀ ਉੱਥੇ ਸਟ੍ਰੈਸਡ ਆ। ਔਨ ਦਾ ਅਦਰ ਹੈਂਡ ਤੁਸੀਂ ਉਹਨਾਂ ਤੋਂ ਸਾਰਾ ਕੁਝ ਹੀ ਖੋਹ ਲਿਆ ਤੇ ਉਹਨਾਂ ਨੂੰ ਅੱਗੇ ਦੀਦਾ ਨਹੀਂ ਕਿ if we don't plant those crops ਤੇ ਉਹਨਾਂ ਦਾ ਫਿਊਚਰ ਕੀ ਆ। ਤੇ ਉਹ ਫਿਰ they won't know anything ਕਿ ਉਹਨਾਂ ਕੋਲ ਐਜੀਟੇਸ਼ਨ ਕਰਨ ਤੋਂ ਬਿਨਾਂ ਹੋਰ ਕੋਈ ਰਸਤਾ ਹੀ ਨਹੀਂ ਰਹਿ ਗਿਆ। ਤੇ ਹੁਣ ਅਸੀਂ ਵੀ ਐਪਰੀਸ਼ੀਏਟ ਕਰਦੇ ਹਾਂ ਇਸ ਜਦੋਂ ਜਿੰਨੇ ਲੀਡਰ ਆ ਤੁਹਾਡੇ, ਜਿੰਨਾ ਜੁਡੀਸ਼ੀਅਲ ਸਿਸਟਮ ਆ, ਜਦੋਂ ਉਹ ਇੱਕ ਮਤਲਬ ਕਿ ਆਪਦੀ ਜ਼ਿੰਮੇਵਾਰੀ ਤੋਂ ਭੱਜ ਜਾਂਦਾ ਤੇ ਦੈਨ ਬਗਾਵਤੀ ਆ ਜਾਂਦੀ ਹੈ। ਬਗਾਵਤ ਕਹਿ ਲਓ ਜਾਂ ਇਹਨੂੰ ਐਜੀਟੇਸ਼ਨ ਕਹਿ ਲਓ ਕਿ ਲੋਕਾਂ ਨੂੰ they have to take control themselves। That's what is happening in India right now and the whole country have joined now। ਪਹਿਲੇ ਤਾਂ ਇਹਨਾਂ ਨੂੰ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ only 6% of the ਮਿਨੀਮਮ ਸਪੋਰਟ ਪ੍ਰਾਈਸ ਦੇ ਰਿਹਾ ਸੀ ਲੋਕਾਂ ਨੂੰ। ਪਰ ਹੁਣ ਉਹ ਟਾਈਮ ਇਹ ਆ ਗਿਆ ਜਿਹੜੀਆਂ ਬਾਕੀ ਸਟੇਟਾਂ ਹੈਗੀਆਂ ਜਿਨ੍ਹਾਂ ਨੇ ਇਸ ਐਜੀਟੇਸ਼ਨ ਵਿੱਚ ਜੁਆਇਨ ਕੀਤਾ, they have to give them something to pacify it। so otherwise ਜਿੱਦਾਂ ਅਸੀਂ ਦੇਖਦੇ ਹਾਂ ਬਿਹਾਰ ਤੋਂ ਜਿੰਨੇ ਵਰਕਰ ਅਸੀਂ ਪੰਜਾਬ 'ਚ ਆਉਂਦੇ ਆ, ਸਾਨੂੰ ਜ਼ਮੀਨਾਂ ਤਾਂ ਉਹਨਾਂ ਦੀਆਂ ਵੀ ਹੈਗੀਆਂ। only problem there ਕਿ they cannot sell their product there, so they have to come to Punjab to work over there and make some money and raise their families over there। Okay, I will come back again for this Mr. Mura. Chanjit Bhatt, I think you have to say some suggestion or question ਤੁਹਾਡੇ ਭਰਾ ਨੂੰ। ਚਰਨਜੀਤ। ਹਾਂਜੀ, ਫਿਰ ਮੇਰੀ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪਹਿਲਾਂ
ਰਾਜੇਵਾਲ ਸਾਹਿਬ ਬਹੁਤ ਖੁਸ਼ੀ ਹੈ, ਵਧਾਈਆਂ ਤੁਹਾਨੂੰ ਤੇ ਵੈਲਕਮ। ਤੁਸੀਂ ਪਹਿਲੇ ਟੈਲੀਫੋਨ ਤੇ ਹੀ ਸਾਡਾ ਇਹ ਮੰਨ ਲਿਆ, ਇਹਨਾਂ ਨੇ ਮੈਨੂੰ ਬੜੀ ਵਾਰ ਕਿਹਾ ਸੀ ਮੈਂ ਨੰਬਰ ਤੇ ਆਏ ਹੋ ਤੁਸੀਂ। ਪਹਿਲਾਂ ਤਾਂ ਤੁਹਾਨੂੰ ਮੈਂ ਜੀ ਆਇਆਂ ਕਹਿਣਾ ਤੇ ਬਹੁਤ ਖੁਸ਼ੀ ਹੈ। ਤੁਹਾਡੇ ਟੇਪਾਂ ਤੇ ਤਾਂ ਸੁਣਦੇ ਰਹਿੰਦੇ ਆ, ਪਰ ਹੁਣ ਸਾਹਮਣੇ ਬੈਠੇ ਹੋ ਤੇ ਮੇਰਾ ਤਾਂ ਇਹੀ, ਆਪਾਂ ਘੜੀ ਘੜੀ ਉਹੀ ਗੱਲ ਕਰੀ ਜਾਂਦੇ ਆ ਜਿਹੜਾ ਕੋਈ ਰਾਜੇਵਾਲ ਨੇ ਕਿਹਾ, ਮਲੀ ਨੇ ਵੀ ਉਹੀ ਕਿਹਾ, ਬੰਦੇ ਹੁਣ ਕੋਸ਼ਿਸ਼ ਇਹ ਹੈ ਵੀ ਇਹ ਮੰਨਦੇ ਕਿਉਂ ਨਹੀਂ। ਉਹ ਕਹੀ ਜਾਂਦੇ ਆ ਵੀ ਇਹ ਤੁਹਾਡੇ ਵਾਸਤੇ ਚੰਗਾ ਤੇ ਕਿਸਾਨ ਕਹੀ ਜਾਂਦੇ ਆ ਵੀ ਸਾਡੇ ਵਾਸਤੇ ਮਾੜਾ ਹੈ। ਇੰਨੀ ਹੈ ਮੈਨੂੰ ਵੀ ਇਹਨਾਂ ਨੂੰ ਉਹ ਮੋਦੀ ਦਾ ਉਹ ਸਮਝਦੇ ਨਹੀਂ ਕਿ ਕਰਨਾ ਨਹੀਂ ਮੰਗਦੇ। ਬਸ ਇਹ ਰਾਜੇਵਾਲ ਨੂੰ ਵੀ ਇਹੀ ਹੈ। ਮੈਂ ਤਾਂ ਸਾਰਿਆਂ ਨੂੰ, ਅਸੀਂ ਕੌਂਸਲੇਟ ਤੋਂ ਆਉਂਦੇ ਆ ਜਿਹੜੇ ਸਾਡੇ ਕਾਂਗਰਸਮੈਨ ਹੈ ਉਹਨਾਂ ਰਾਹੀਂ ਤੁਹਾਨੂੰ ਸਾਰੇ ਉਹ ਲੈਟਰ ਭੇਜਾਂਗੇ ਈਮੇਲ ਰਾਹੀਂ। ਹੁਣ ਅਸੀਂ ਉਹ ਜਿਹੜੀ ਸਾਡਾ ਐਂਬੈਸਡਰ ਆ ਉਹਨੂੰ ਭੇਜਿਆ ਹੋਇਆ, ਤਿੰਨਾਂ ਕਾਂਗਰਸ ਤੋਂ ਮਿਲਾ ਕੇ ਐਂਬੈਸਡਰ ਨੂੰ। ਹੁਣ ਕੋਸ਼ਿਸ਼ ਕਰਦੇ ਆ ਟਰੰਪ ਨੂੰ ਭੇਜਣ ਦੀ ਕਰ ਰਹੇ ਆ ਕੋਸ਼ਿਸ਼, ਤੇ ਜਿਹੜੇ ਸਾਡੇ MLA ਹੈਗੇ ਆ ਜਾਂ ਕਾਂਗਰਸਮੈਨ ਹੈ ਉਹਨਾਂ ਨੂੰ ਕਹਿ ਕੇ ਉਹਨਾਂ ਦੇ ਸਾਈਨ ਕਰਾ ਕੇ ਵੀ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਆ। ਤੇ ਆਹੀ ਹੈ ਜਿਵੇਂ ਕਹਿੰਦਾ ਪੈਸਿਆਂ ਦਾ, ਇਹਨਾਂ ਨੇ ਮੈਨੂੰ ਪਹਿਲੇ ਦਿਨ ਟੈਲੀਫੋਨ ਤੇ ਹੀ ਕਹਿਤਾ ਵੀ ਕੋਈ ਲੋੜ ਨਹੀਂ। ਮੈਂ ਰਾਜਾ ਸਾਹਿਬ ਇਹ ਸਮਝਦਾ ਹੈ ਸਾਰੇ ਜਿਹੜੇ ਬਾਹਰਲੇ ਭਰਾ ਵਾ ਨਾ, ਇਹਨਾਂ ਨੂੰ ਮੈਂ ਤਾਂ ਸਾਰਿਆਂ ਨੂੰ ਇਹ ਕਹਿਣਾ ਵੀ ਜਿਹੜੇ ਆਪਦੇ ਪਿੰਡ ਚੋਂ ਆਉਂਦੇ ਆ ਲੋਕ, ਜਿੰਨੇ ਆਪਾਂ ਇੱਥੇ ਬੈਠੇ ਆ ਸਾਰਿਆਂ ਦੇ ਪਿੰਡ 'ਚ ਪਿੱਛੇ ਨਾ ਕੁਛ ਹੈਗਾ। ਜੇ ਨਹੀਂ ਵੀ ਹੈਗਾ ਉਹ ਉੱਥੇ ਨੇੜੇ ਤੇੜੇ ਦੇ ਪਿੰਡਾਂ ਨੂੰ ਉਹਨੇ ਬੰਦੇ ਜਿਹੜੇ ਬਾਹਰਲੇ ਬੈਠੇ ਆ ਉਹਨਾਂ ਦੀ ਜਿਹੜੇ ਕਿਸੇ ਨੂੰ ਲੋੜ ਹੈ ਉਹਦੀ ਮਦਦ ਕਰਦੇ। ਬੱਲੇ ਕਰੋ ਬੱਲੇ। ਮੱਲੀ ਸਾਹਿਬ ਤੁਸੀਂ ਪਹਿਲਾਂ ਹੀ ਬੜਾ ਕੁਝ ਦੱਸਤਾ ਸੀਗਾ, ਤੁਹਾਡੇ ਭਰਾ ਹੁਣ ਇਹਨਾਂ ਨਾਲ ਗੱਲ ਕਰ ਲਓ ਸਿੱਧੀ ਸਾਡੇ ਪ੍ਰੈਜ਼ੈਂਸ ਦੇ ਵਿੱਚ ਵੀ। ਬਲੀ ਸੋ ਹੈਪੀ ਟੂ ਹੀਅਰ ਇਟ ਫਰਮ ਯੂਅਰ ਐਕਸਪੀਰੀਅੰਸ ਟੂ। ਥੈਂਕ ਯੂ ਸਰ। ਥੈਂਕ ਯੂ ਰਾਜੇਵਾਲ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਲੀ ਸਾਹਿਬ। ਮਲੀ ਸਾਹਿਬ ਮੈਂ ਤੁਹਾਨੂੰ ਯਾਦ ਕਰਾਵਾਂ ਇੱਕ ਛੋਟੀ ਜੀ ਯਾਦ ਜਿਹੜੀ ਮੇਰੇ ਹਰ ਵੇਲੇ ਮਨ 'ਚ ਰਹਿੰਦੀ ਹੈ। ਮੈਨੂੰ ਯਾਦ ਹੈ ਬੜੇ ਸਾਲ ਪਹਿਲਾਂ, ਕੋਈ 20-22 ਸਾਲ ਪਹਿਲਾਂ ਮੈਂ ਅਮਰੀਕਾ ਤੋਂ ਕੈਨੇਡਾ ਆਉਣਾ ਸੀ। ਮੈਂ ਵੀਜ਼ਾ ਲੈ ਕੇ ਨਹੀਂ ਸੀ ਆਇਆ, ਮੈਨੂੰ ਵੀਜ਼ਾ ਰਿਫਿਊਜ਼ ਕਰਤਾ। ਤੁਹਾਨੂੰ ਮੈਂ ਫੋਨ ਤੇ ਇੱਕ ਵਾਰੀ ਫੋਨ ਮਾੜਾ ਜਿਹਾ ਕੀਤਾ ਸੀ ਤੇ ਤੁਸੀਂ ਵਿਦਿਨ 15 ਮਿੰਟਸ ਮੈਨੂੰ ਕਾਲ ਆ ਗਈ ਸੀ ਵੀ ਆਓ ਜੀ ਦੁਬਾਰਾ ਸਾਡੇ ਐਮਬੈਸੀ ਦੇ ਵਿੱਚ, ਤੇ ਬਿਨਾਂ ਕੁਝ ਪੁੱਛੇ ਉਹਨਾਂ ਨੇ ਮੈਨੂੰ ਵੀਜ਼ਾ ਦਵਾਤਾ ਸੀ। ਮੈਂ ਉਹ ਤੁਹਾਡੀ ਜਿਹੜੀ ਜੈਸਚਰ ਹੈ ਅੱਜ ਤਾਈਂ ਨਹੀਂ ਭੁੱਲਿਆ। ਬਹੁਤ ਬਹੁਤ ਤੁਹਾਡਾ ਧੰਨਵਾਦ। ਰਾਜੇਵਾਲ ਸਾਹਿਬ ਮੈਂ ਵੀ ਇੱਕ ਸਧਾਰਨ ਪਰਿਵਾਰ ਕਿਸਾਨ ਪਰਿਵਾਰ ਦੇ ਨਾਲ ਜੁੜਿਆ ਤੇ ਜਿਹੜਾ ਇਹ ਸੰਘਰਸ਼ ਹੈ, ਕਿਸਾਨੀ ਸੰਘਰਸ਼ ਆ, ਇਹ ਮੈਂ ਬਹੁਤ ਕਲੋਜ਼ਲੀ ਵਾਚ ਕਰਦਾ ਐਵਰੀ ਡੇ। ਇਹਨੇ ਵੀ 10-15 ਮਿੰਟ ਸਵੇਰੇ ਵੀ, ਦੁਪਹਿਰੇ ਵੀ, ਸ਼ਾਮ ਨੂੰ ਵੀ, ਹਰੇਕ ਗਤੀਵਿਧੀ ਕਿਸ ਤਰ੍ਹਾਂ ਹੋ ਰਿਹਾ, ਜਿਹੜਾ ਮੋਰਚਾ ਕਿਸ ਤਰ੍ਹਾਂ ਚੱਲ ਰਿਹਾ। ਸੋ ਮੈਨੂੰ ਬੜਾ ਇਸ ਦਾ ਮਤਲਬ ਇੰਟਰਸਟ ਵੀ ਹੈ। ਮੈਂ ਆਪਣਾ ਸਧਾਰਨ ਪਰਿਵਾਰ ਪੈਦਾ ਹੋਇਆ ਕਰਕੇ ਜਿਹੜੀ ਕਿਸਾਨੀ ਦੇ ਸਿਰ ਤੇ ਮੈਂ ਆਪਣਾ ਇੱਥੇ ਪਹੁੰਚੇ ਆ, ਉਹਨਾਂ ਦੀ ਆਮਦਨ ਦੇ ਸਿਰ ਤੇ ਕਿਸਾਨੀ ਦੀ ਆਮਦਨ, ਹੋ ਤਾਂ ਸਾਡੀ ਕੋਈ ਆਮਦਨ ਹੈ ਨਹੀਂ ਸੀ ਕਿਸਾਨੀ ਆਮਦਨ ਤੋਂ ਬਗੈਰ। ਮੈਂ ਇੱਕ ਚੀਜ਼ ਨੋਟ ਕੀਤੀ ਸੀ ਕਿ ਜਿਹੜਾ ਆਪਣਾ ਸਟੂਡੈਂਟ ਹੈ ਜਿਹਨੇ ਪਟੀਸ਼ਨ ਦਾਇਰ ਕੀਤੀ ਹੈ ਤੇ ਉਹਨੂੰ ਜਿਹੜੇ ਵਕੀਲ ਉਹਨੇ ਕਾਫੀ ਹੁਣ ਮਹਿੰਗੇ ਕੀਤੇ ਹੋਏ ਆ, ਤੇ ਉਹਨੂੰ ਫਾਈਨੈਂਸ਼ੀਅਲ ਸਪੋਰਟ ਕਿੱਥੋਂ ਆ ਰਹੀ ਹੈ ਇਹਦੇ ਬਾਰੇ। ਤੇ ਦੂਸਰਾ ਇਹਦਾ ਕੁਐਸਚਨ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਕਿਉਂ ਨਹੀਂ ਕਰਦੇ ਵੀ ਜੇ ਇਹਦੀ ਆਮਦਨ ਦਾ ਪਤਾ ਕੀਤਾ ਜਾਵੇ ਸੁਪਰੀਮ ਕੋਰਟ ਦੇ ਰਾਹੀਂ ਵੀ ਇਹ ਕੀ ਹੋ ਰਿਹਾ ਕੀ ਨਹੀਂ, ਇਹਦੇ ਤੇ ਬੈਕਅਪ ਤੇ ਕੌਣ ਆ ਬੰਦੇ। ਮਲੀ ਸਾਹਿਬ ਇਹਦੇ ਹੁਣ ਤਾਂ ਇਹ ਓਪਨ ਸੀਕ੍ਰੇਟ ਹੋ ਗਈ, ਇਹਦੇ ਪਿੱਛੇ ਸਰਕਾਰ ਹੈ। ਸਰਕਾਰ ਨੂੰ ਸਾਨੂੰ ਲੱਗਿਆ, ਏਦਾਂ ਲੱਗਦਾ ਸੀ ਵੀ ਜਿੱਦ ਫੜੀ ਹੋਈ ਹੈ, ਉਹ ਇਹਦੇ ਵਿੱਚ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਪਿੱਛੇ ਹਟਣ 'ਚ, ਤੇ ਉਹਨਾਂ ਨੇ ਸ਼ਾਇਦ ਇਹ ਨਵਾਂ ਰਾਹ ਲੱਭਿਆ ਵੀ ਸੁਪਰੀਮ ਕੋਰਟ ਦੇ ਥਰੂ ਦੋ ਹੀ ਤਰੀਕੇ ਹੋ ਸਕਦੇ ਆ, ਜਾਂ ਤਾਂ ਆਰਡਰ ਕਰਾ ਕੇ ਸਾਨੂੰ ਇੱਥੋਂ ਉਠਾ ਲਿਆ ਜਾਏ। ਦੂਸਰਾ ਇਹ ਵੀ ਹੋ ਸਕਦਾ ਹੈ ਵੀ ਉਹ ਚਾਹੁੰਦੇ ਹੁਣ ਸੁਪਰੀਮ ਕੋਰਟ ਆਟੋਮੈਟਿਕਲੀ ਜੇ ਇਹਦੇ ਤੇ ਬਹਿਸ ਤੋਂ ਬਾਅਦ ਇਹਨੂੰ ਰੱਦ ਕਰਦੇ ਕਾਨੂੰਨ ਨੂੰ, ਤਾਂ ਉਹ ਸੁਪਰੀਮ ਕੋਰਟ ਦੇ ਨਾਂ ਲਾ ਕੇ ਵੀ ਜੀ ਹੁਣ ਸੁਪਰੀਮ ਕੋਰਟ ਨੇ ਰੱਦ ਕਰਤਾ ਇਸ ਕਰਕੇ ਅਸੀਂ ਸਹਿਮਤ ਹਾਂ, ਇੱਦਾਂ ਦਾ ਲੱਗਦਾ। ਤੇ ਪਰ ਸੁਪਰੀਮ ਕੋਰਟ ਨੇ ਜੋ ਆਪਣਾ ਕਮੈਂਟਸ ਪਾਸ ਕੀਤੇ ਹੈ ਇਹਦੇ ਤੇ, ਇਸ ਅੰਦੋਲਨ ਤੇ, ਪਹਿਲਾਂ ਤਾਂ ਉਹਨੇ ਜਿਹੜਾ ਪਟੀਸ਼ਨਰ ਸੀ ਉਹਨੂੰ ਕਿਹਾ ਵੀ ਤੂੰ ਸਾਊਥ ਚੋਂ ਇੱਥੇ ਆ ਕੇ ਪਟੀਸ਼ਨ ਫਾਈਲ ਕੀਤੀ, ਤੈਨੂੰ ਕੀ ਤਕਲੀਫ ਹੈ। ਫਿਰ ਦੂਸਰੀ ਗੱਲ ਉਹਨਾਂ ਨੇ ਕਿਹਾ ਬਈ ਜਿਹੜੇ ਕਿਸਾਨ ਨੇ ਉਹ ਇੰਨਾ ਪੀਸਫੁਲੀ ਬੈਠੇ ਨੇ ਇੰਨੇ ਲੰਬੇ ਸਮੇਂ ਤੋਂ, ਤੇ
ਇੱਕ ਪੱਤਾ ਵੀ ਨਹੀਂ ਤੋੜਿਆ। ਉਹਨਾਂ ਨੇ ਆਰਡਰ ਕਰ ਦਿੱਤੇ ਪੁਲਿਸ ਨੂੰ ਵੀ ਜਦੋਂ ਤੱਕ ਇਹ ਪੀਸਫੁਲ ਨੇ ਤੁਹਾਨੂੰ ਕੋਈ ਅਧਿਕਾਰ ਨਹੀਂ, ਇਹਨਾਂ ਨੂੰ ਕੋਈ ਵਾਇਲੈਂਟ ਮੂਵ ਆ ਇਹਨਾਂ ਤੇ ਕੋਈ ਤਸ਼ੱਦਦ ਕਰਕੇ ਇਹਨਾਂ ਨੂੰ ਇੱਥੋਂ ਉਠਾਓ। ਔਰ ਸਰਕਾਰ ਨੂੰ ਉਹਨਾਂ ਨੇ ਕਿਹਾ ਵੀ ਇਹ ਮੁੱਦਾ ਜਿਹੜਾ ਹੈ ਉਹਨਾਂ ਨਾਲ ਇੱਕ ਕਮੇਟੀ ਬਣਾ ਕੇ ਹੱਲ ਕਰਨ ਦੀ ਕੋਸ਼ਿਸ਼ ਕਰੋ। ਕਮੇਟੀ ਵਾਸਤੇ ਜਿਹੜੇ ਉਹ ਮੈਂਬਰਸ ਉਹਨਾਂ ਨੇ ਕਿਹਾ ਸਾਨੂੰ ਨਹੀਂ ਪੁੱਛਿਆ, ਆਪਣੇ ਆਪ ਹੀ ਪਤਾ ਨਹੀਂ ਕਿੱਥੋਂ ਸਰਕਾਰ ਨੇ ਕੋਈ ਲਿਸਟ ਦਿੱਤੀ, ਮੈਂਬਰਸ ਦੇ ਦਿੱਤੇ। ਪਰ ਹੁਣ ਸੁਪਰੀਮ ਕੋਰਟ ਛੁੱਟੀਆਂ ਨੇ 15 ਦਿਨ ਲਈ, ਤਾਂ ਇੱਕ ਤਰ੍ਹਾਂ ਨਾਲ ਇਹ ਹੋ ਗਿਆ ਵੀ ਸਾਨੂੰ ਕੋਈ ਉਠਾ ਨਹੀਂ ਸਕੇਗਾ। ਵੈਸੇ ਵੀ ਸਥਿਤੀ ਐਸੀ ਬਣੀ ਹੋਈ ਹੈ ਵੀ ਮੈਂ ਹੋਮ ਮਿਨਿਸਟਰ ਨੂੰ ਕਿਹਾ ਸੀ ਵੀ ਜਿਸ ਤਰ੍ਹਾਂ ਦੇ ਹਾਲਾਤ ਨੇ ਇੱਥੇ, ਜੇ ਸਾਨੂੰ ਤੁਸੀਂ ਤਸ਼ੱਦਦ ਕਰਕੇ ਉਠਾਓਗੇ, ਅਸੀਂ ਡਾਂਗਾ ਗੋਲੀਆਂ ਖਾਵਾਂਗੇ, ਇਟ ਵਿਲ ਬੀ ਅਨਦਰ ਹੋਲੋਕਾਸਟ। ਦੁਨੀਆ 'ਚ ਇਹ ਇੱਕ ਬਹੁਤ ਵੱਡਾ ਘੱਲੂਘਾਰਾ ਹੋਏਗਾ, ਤੁਸੀਂ ਸਾਰੀ ਦੁਨੀਆ ਦੇ ਲੋਕਾਂ ਨੂੰ ਮੂੰਹ ਨਹੀਂ ਦਿਖਾ ਸਕੋਗੇ। ਉਹ ਸੁਪਰੀਮ ਕੋਰਟ ਦੇ ਵਿੱਚ ਕਈ ਰਿਟ ਪਟੀਸ਼ਨਸ ਹੋਰ ਵੀ ਨੇ, ਹੈ ਉਹਨਾਂ ਦੇ ਪਿੱਛੇ ਸਰਕਾਰ। ਇਹ ਕੋਸ਼ਿਸ਼ ਸ਼ਾਇਦ ਉਹਨਾਂ ਦੀ ਇਹੀ ਲੱਗਦਾ ਸਾਨੂੰ ਹੋਏਗੀ ਵੀ ਸੁਪਰੀਮ ਕੋਰਟ ਤੋਂ ਰੱਦ ਕਰਾ ਕੇ ਆਪਣੀ ਫੇਸ ਸੇਵਿੰਗ ਕਰ ਲਈ ਜਾਏ। ਲੇਕਿਨ ਜੇ ਤੁਹਾਨੂੰ ਜੇ ਪਤਾ ਇਸ ਗੱਲ ਦਾ, ਤੇ ਜਿਸ ਤਰ੍ਹਾਂ ਉਹ ਐਵੇਂ ਤੁਹਮਤਾਂ ਲਾਈ ਜਾਂਦੇ ਕਿ ਇਹਨਾਂ ਨੂੰ ਵਿਦੇਸ਼ੀ ਤਾਕਤਾਂ ਜਿਹੜੀਆਂ ਉਹਨਾਂ ਦੀ ਸਪੋਰਟ ਹੈ ਸੰਘਰਸ਼ ਨੂੰ, ਕਿਸਾਨ ਸੰਘਰਸ਼ ਨੂੰ, ਇਸੇ ਤਰ੍ਹਾਂ ਤੁਸੀਂ ਐਟਲੀਸਟ ਸੋਸ਼ਲ ਮੀਡੀਆ ਤੋਂ ਤਾਂ ਇਹਨੂੰ ਐਕਸਪੋਜ਼ ਕਰਨਾ ਚਾਹੀਦਾ, ਸੋਸ਼ਲ ਮੀਡੀਆ ਰਾਹੀਂ, ਕਿ ਗੌਰਮੈਂਟ ਕਿਸ ਤਰ੍ਹਾਂ ਦੀਆਂ ਜਿਹੜੀਆਂ ਘਟੀਆ ਹਰਕਤਾਂ ਵਰਤਦੀ ਹੈ, ਕਿਸ ਤਰ੍ਹਾਂ ਸਟੂਡੈਂਟ ਦੀ ਬੈਕਅਪ ਕਰਦੀ ਫਾਈਨੈਂਸ਼ੀਅਲੀ। ਇਹ ਸਾਰਾ ਸੋਸ਼ਲ ਮੀਡੀਆ ਤੇ ਬਾਹਰਲੇ ਕੰਟਰੀਆਂ 'ਚ ਵੀ ਲੋਕਾਂ ਨੂੰ ਭਾਵੇਂ ਪਤਾ ਹੀ ਹੈ ਕਿ ਜਿਹੜਾ ਉੱਥੋਂ ਦਾ ਜਿਹੜਾ ਨੈਸ਼ਨਲ ਮੀਡੀਆ ਦਾ ਉਹ ਖਾਸ ਤੌਰ ਤੇ ਸਰਕਾਰ ਦੇ ਹੱਕ 'ਚ ਮੈਜੋਰਟੀ ਮੀਡੀਆ, ਪਰ ਫਿਰ ਵੀ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਐਕਸਪੋਜ਼ ਕਰੇ ਤਾਂ ਕਿ ਦੂਸਰੇ ਲੋਕਾਂ ਨੂੰ, ਬਾਹਰਲੇ ਲੋਕਾਂ ਨੂੰ ਹੋਰ ਵੀ ਪਤਾ ਲੱਗ ਸਕੇ। ਭਾਵੇਂ ਪਤਾ ਹੀ ਹੁੰਦਾ ਪਰ ਫਿਰ ਵੀ ਥੋੜਾ ਬਹੁਤ ਐਕਸਪੋਜ਼ ਕਰਨਾ ਆਮ ਸਧਾਰਨ ਵਿਅਕਤੀ ਨੂੰ ਵੀ ਪਤਾ ਲੱਗ ਜਾਂਦਾ। ਅਸੀਂ ਮੱਲੀ ਸਾਹਿਬ ਪਿਛਲੇ 3 ਦਿਨ ਤੋਂ ਆਪਣਾ ਇੱਕ ਵੱਖਰਾ ਇੱਥੇ IT ਸੈੱਲ ਬਣਾ ਦਿੱਤਾ, ਜਿੱਥੇ 25-30 ਨੌਜਵਾਨ ਦਿਨ ਰਾਤ ਕੰਮ ਕਰਦੇ ਨੇ। ਕਿਸਾਨ ਏਕਤਾ ਮੋਰਚਾ ਨਾਂ ਤੇ ਸਾਡਾ ਪੇਜ ਹੈ, ਜਿਹੜਾ ਜੋ ਵੀ ਆਫੀਸ਼ੀਅਲ ਵਰਜ਼ਨ ਸਾਡਾ ਹੋਏਗਾ ਉਹ ਇੱਥੇ ਹੋਏਗਾ, ਕਿਉਂਕਿ ਬਾਹਰ ਕਈ ਵਾਰੀ ਸੋਸ਼ਲ ਮੀਡੀਆ ਤੇ ਕੋਈ ਕੁਝ ਬੋਲ ਦਿੰਦਾ, ਕੋਈ ਕੁਝ ਬੋਲ ਦਿੰਦਾ। ਇਹ ਅਸੀਂ ਫਿਰ ਵੀ ਇਹ ਸ਼ੁਰੂ ਕੀਤਾ ਹੈ ਤੇ ਮੈਨੂੰ ਲੱਗਦਾ ਇਹ ਹੈ ਵੀ ਹਾਲੇ ਤੱਕ ਨੌਬਤ ਇੱਥੇ ਨਹੀਂ ਆਈ। ਇੱਕ ਸਭ ਤੋਂ ਵੱਡਾ ਜਿਹੜਾ ਸਾਡਾ ਖਦਸ਼ਾ ਉਹ ਇਹ ਹੈ ਵੀ ਬਦਕਿਸਮਤੀ ਕਹਾਂਗੇ ਵੀ ਇਸ ਦੇਸ਼ ਦੀਆਂ ਇੰਸਟੀਟਿਊਸ਼ਨਸ ਇੱਕ ਕਰਕੇ ਮੋਦੀ ਸਰਕਾਰ ਨੇ ਤਬਾਹ ਕਰ ਦਿੱਤੀਆਂ। ਸੁਪਰੀਮ ਕੋਰਟ ਤੇ ਵਿਸ਼ਵਾਸ ਨਹੀਂ ਵੱਜਦਾ, ਭਾਵੇਂ ਕੱਲ ਉਹਨਾਂ ਨੇ ਚੰਗੇ ਕਮੈਂਟਸ ਕੀਤੇ ਨੇ, ਪਰ ਲੋਕਾਂ ਦਾ ਇੱਥੇ ਵਿਸ਼ਵਾਸ ਨਹੀਂ ਵੱਜਦਾ। ਕੰਸਟੀਟਿਊਸ਼ਨ ਦੇ ਵਕੀਲਾਂ ਨਾਲ ਸਲਾਹ ਕੀਤੀ, ਉਹ ਸਾਰੇ ਕਹਿੰਦੇ ਵੀ ਅਸੀਂ ਨਹੀਂ ਸੁਪਰੀਮ ਕੋਰਟ ਜਾਣਾ, ਇਹ ਚੁੱਪ ਕਰਕੇ ਪਤਾ ਕੋਈ ਨਹੀਂ ਵੀ ਸੁਪਰੀਮ ਕੋਰਟ ਮੋਹਰ ਲਾ ਦੇ ਮੋਦੀ ਦੇ ਹੱਕ 'ਚ। ਇਸ ਕਰਕੇ ਅਸੀਂ ਆਪਣੇ ਤੌਰ ਤੇ ਸੁਪਰੀਮ ਕੋਰਟ ਜਾਣਾ ਪਸੰਦ ਨਹੀਂ ਕਰਦੇ। ਹਾਂ, ਅਦਰਵਾਈਜ਼ ਜੇ ਦੇਖਿਆ ਜੇ ਕੇਸ ਦੀ ਪੋਜੀਸ਼ਨ ਕੀ ਹੈ ਤਾਂ ਲੀਗਲੀ ਇੰਨਾ ਸਾਊਂਡ ਕੇਸ ਕੋਈ ਹੋਰ ਹੋ ਨਹੀਂ ਸਕਦਾ। ਬੜਾ ਨੰਗਾ ਚਿੱਟਾ ਕੰਸਟੀਟਿਊਸ਼ਨ ਦੀ ਵਾਇਲੇਸ਼ਨ ਹੋਈ ਹੈ। ਹੁਣ ਇੱਕ ਲੇਟੈਸਟ ਜਿਹੜੀ ਉਹਨਾਂ ਨੇ ਕਿਹਾ, ਹੁਣ ਤੇ ਤਾਂ ਕਹਿੰਦੇ ਸੀ ਖੇਤੀ ਵਾਸਤੇ ਬਣਾਏ ਹੈ। ਲੇਟੈਸਟ ਸੈਂਟਰ ਦੇ ਜਿਹੜੇ ਮਿਨਿਸਟਰਸ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਜੀ ਅਸੀਂ ਇਹ ਟ੍ਰੇਡ ਵਾਸਤੇ ਬਣਾਏ ਹੈ। ਤੇ ਜਿਹੜੀ ਹੈਗੀ ਆ ਉਹਦੀ ਆਈਟਮ ਨੰਬਰ 33 ਕੰਕਰੈਂਟ ਲਿਸਟ ਦੀ, ਉਹਦੇ 'ਚ ਉਹ ਟ੍ਰੇਡ ਦੇ ਵਿੱਚ ਫੂਡ ਸਟਫ ਇੱਕ ਸ਼ਬਦ ਲਿਆ ਉਹਨਾਂ ਨੇ। ਤਾਂ ਸਾਡਾ ਕਹਿਣਾ ਹੈ ਵੀ ਅਸੀਂ ਤਾਂ ਫੂਡ ਸਟਫ ਨਹੀਂ ਪੈਦਾ ਕਰਦੇ, ਉਹ ਤਾਂ ਪ੍ਰੋਸੈਸਡ ਜਿਹੜੀ ਐਗਰੀਕਲਚਰ ਪ੍ਰੋਡਿਊਸ ਆ ਉਹ ਫੂਡ ਸਟਫ ਨੇ। ਵੀ ਪ੍ਰੋਡਿਊਸ wheat is food grain, we produce paddy is food grain, ਆਟਾ ਫੂਡ ਸਟਫ ਹੋ ਸਕਦਾ ਹੈ, ਚਾਵਲ ਫੂਡ ਸਟਫ ਹੋ ਸਕਦਾ ਹੈ। ਤੇ ਇਸ ਕਰਕੇ ਤੁਸੀਂ ਸਾਡੇ ਇਸ ਕੰਮ 'ਚ ਦਖਲ ਕਿਉਂ ਦਿੱਤਾ? ਉਹਨਾਂ ਕੋਲ ਜਵਾਬ ਕੋਈ ਨਹੀਂ ਹੈ ਇਸ ਦਾ, ਤੇ ਫਿਰ ਉਹ ਟਾਲ ਕੇ ਕਹਿ ਦਿੰਦੇ ਨੇ ਜੀ ਦੇਖੋ ਜੀ ਤੁਸੀਂ ਜੋ ਕਰਾਉਣੀਆਂ ਅਮੈਂਡਮੈਂਟਸ ਜਿੰਨੀਆਂ ਮਰਜ਼ੀ ਕਰਵਾ ਲਓ, ਇਹਨੂੰ ਇੱਕ ਪਾਸੇ ਪਿਆ ਰਹੇਗਾ ਕਾਨੂੰਨ, ਕੋਈ ਪੁੱਛੇਗਾ ਨਹੀਂ। ਪਰ ਸਾਡੇ ਸਾਹਮਣੇ ਸਵਾਲ ਇਹ ਹੈ ਮੱਲੀ ਸਾਹਿਬ, ਤੁਸੀਂ ਤਾਂ ਇੱਥੇ ਦੀ ਪਾਰਲੀਮੈਂਟ 'ਚ ਰਹੇ ਹੋ ਇੱਕ ਅੱਛੇ ਦੇਸ਼ ਦੀ 'ਚ, ਇੱਥੇ ਜਿੱਥੇ ਕੋਈ ਅਖਲਾਕ ਨਾਂ ਦੀ ਚੀਜ਼ ਨਹੀਂ, ਤੇ ਸਾਨੂੰ ਜਦੋਂ ਪਤਾ ਹੋਵੇ ਵੀ ਪਾਈਪਲਾਈਨ 'ਚ 10 ਕਾਨੂੰਨ ਹੋਰ ਪਏ ਹੈ, ਜੇ ਅਸੀਂ ਅੱਜ ਇਹ ਮੰਨ ਲੈਂਦੇ ਹਾਂ ਤਾਂ 10 ਇੱਕਦਮ ਇੱਕ ਇੱਕ ਕਰਕੇ ਠਾਹ ਸਾਡੇ ਸਿਰ ਤੇ ਹੋਰ ਡਿੱਗਣਗੇ, ਫਿਰ ਪਤਾ ਨਹੀਂ ਕੀ ਹੋਏਗਾ। ਉਹ ਇਹ ਬੜਾ ਜਿਸ ਪਾਸੇ ਨੂੰ ਚੱਲ ਪਿਆ ਸਰਕਾਰ ਦਾ ਕੰਮ। ਇਹ ਇੱਕ ਹੋਰ ਬੜਾ ਇੱਥੇ ਦੇ ਲੋਕਾਂ 'ਚ ਹੈਗੀ ਆ, ਸਾਰੇ ਲੋਕਾਂ 'ਚ ਕਸ਼ਟ ਹੈ ਲੋਕਾਂ ਨੂੰ ਵੀ ਹਰ ਚੀਜ਼ ਜਿਹੜੀਆਂ ਅੱਛੀਆਂ ਇੰਸਟੀਟਿਊਸ਼ਨਸ ਨੇ ਉਹ ਕਾਰਪੋਰੇਟ ਹਾਊਸਿਸ ਨੂੰ ਦਿੱਤੀਆਂ ਜਾ ਰਹੀਆਂ। ਤੇਲ ਦਾ ਸੈਕਟਰ ਅੰਬਾਨੀਆਂ ਨੂੰ ਦੇ ਦਿੱਤਾ। ਸਾਡੇ ਕੋਲ ONGC ਦੀ ਜਿਹੜੀ ਰਿਫਾਈਨਰੀ ਹੈ, ਦੈਟ ਇਜ਼ ਲੇਟੈਸਟ ਰਿਫਾਈਨਰੀ, ਪਰ ਤੇਲ ਸਾਫ਼ ਹੋਣਾ ਤਾਂ
ਅੰਬਾਨੀ ਦੇ ਹੋਣਾ, ਉੱਥੇ ਨਹੀਂ ਹੁੰਦਾ। ਤੇ ਅੰਬਾਨੀ ਨੇ BSNL ਤੋਂ ਲਾਇਸੈਂਸ ਲੈ ਕੇ ਆਪਣੇ ਟੈਲੀਕਮਿਊਨੀ, ਉਹ ਵੀ ਅੰਬਾਨੀ ਦੇ ਕੋਲ। ਤੇ ਡਿਫੈਂਸ ਦਾ ਉਹਨੂੰ ਕੋਈ ਤਜਰਬਾ ਨਹੀਂ, ਡਿਫੈਂਸ ਵੀ ਉਹਨੂੰ ਉਹਦੇ ਕੋਲ। ਇਸੇ ਤਰ੍ਹਾਂ ਕੋਲ ਸੈਕਟਰ ਵਿੱਚ ਅਡਾਨੀ, ਰੇਲਵੇ 'ਚ ਅਡਾਨੀ, ਹਵਾਈ ਅੱਡਿਆਂ 'ਚ ਅਡਾਨੀ। ਇੱਕ ਇੱਕ ਚੀਜ਼ ਕਰਕੇ ਲੋਕੀ ਤਾਂ ਇਹ ਚਿੰਤਾ ਕਰਨ ਲੱਗੇ ਨੇ ਕਿਤੇ 2-3 ਕਾਰਪੋਰੇਟ ਹਾਊਸਿਸ ਜਿਹੜੇ ਨੇ ਇਹ ਈਸਟ ਇੰਡੀਆ ਕੰਪਨੀ ਵਾਂਗ ਕਿਤੇ ਕੋਈ ਨਵੀਂ ਮੁਸੀਬਤ ਨਾ ਖੜੀ ਕਰਦੇ। ਤੋ ਇਸ ਤਰ੍ਹਾਂ ਲੱਗੇ ਹੋਏ। So, Malli Saab, we will come back there. Let me bring that Parvin Syal. ਪਿਛਲੇ ਸਾਡੇ ਹਫਤੇ ਇੱਕ ਮੀਟਿੰਗ ਹੋਈ ਸੀ ਬਲਬੀਰ ਰਾਜੇਵਾਲ ਜੀ, ਕੁਛ ਆਪਣੇ ਕਮਿਊਨਿਟੀ ਦੇ ਵਿੱਚ ਲੋਕਾਂ ਨੇ ਆਬਜੈਕਸ਼ਨ ਕਰਦੇ ਸੀ ਬਈ there's some there hijacking, ਕਿ ਕੁਛ ਆਊਟਸਾਈਡ ਪਾਵਰਸ ਨੇ ਹਾਈਜੈਕ ਕਰ ਰਹੀਆਂ ਨੇ, ਬੜਾ ਕਾਫੀ ਰੌਲਾ ਪੈ ਰਿਹਾ। ਇਹਦਾ ਕੀ ਮੀਡੀਆ ਦਾ ਹੈ ਜਾਂ ਤੁਸੀਂ ਕੁਛ ਆਨਸਰ ਤੇ ਤੁਹਾਡੀ ਕੱਪੀਆਂ ਜਿਹੜੀਆਂ ਐਸੋਸੀਏਸ਼ਨ ਦਾ ਤਾਂ ਮੈਨੂੰ ਕੁਛ ਇਤਵਾਰ ਹੈ ਕੋਈ, ਕੀ ਹੋ ਰਿਹਾ ਕਿ ਇਜ਼ ਇਟ ਯੂ ਹੈਵ। ਸਿਆਲ ਸਾਹਿਬ ਤੁਸੀਂ ਆਨਸਰ ਕਰੋ, ਕੁਐਸਚਨ ਕਰ ਦਿਓ ਨਾਲ ਪਰ ਗੱਲ ਅਸਲ ਚ ਹੈਗੀ ਹੈ, ਮੈਂ ਜਿੱਦਾਂ ਲਾਸਟ ਟਾਈਮ ਵੀ ਕਿਹਾ ਸੀਗਾ ਕਿ ਜਿਹੜਾ ਕਿਸਾਨ ਅੰਦੋਲਨ ਹੈਗਾ ਉਹ ਜਸਟੀਫਾਈਡ ਹੈ। ਸਰਕਾਰ ਨੇ ਜਿਹੜੇ ਕਾਨੂੰਨ ਬਣਾਏ ਨੇ ਵਿਦਆਊਟ ਕੰਸਲਟੇਸ਼ਨ ਉਹ ਨਹੀਂ ਠੀਕ ਸੀਗੇ। ਔਰ ਕਾਨੂੰਨ ਮੱਲੀ ਸਾਹਿਬ ਨੂੰ ਤਾਂ ਪਤਾ ਹੈ ਕਿ ਵੀ ਪਾਰਲੀਮੈਂਟਰੀ ਪ੍ਰੋਸੀਜਰ ਹੁੰਦਾ, ਕਮੇਟੀਜ਼ 'ਚ ਜਾਈਦਾ, ਸਾਰਿਆਂ ਨੂੰ ਬੁਲਾ ਕੇ ਤੁਸੀਂ ਸੁਣਦੇ ਹੋ, ਫਿਰ ਉਹਦੇ ਹਿਸਾਬ ਦੇ ਨਾਲ ਕਾਨੂੰਨ ਬਣਾਇਆ ਜਾਂਦਾ। ਤੇ ਜੋ ਕਾਨੂੰਨ ਬਣਾਏ ਨੇ ਉਹ ਠੀਕ ਨਹੀਂ ਹੈਗੇ ਨੇ। ਪਰ ਸਾਨੂੰ ਇੱਥੇ ਜਿਹੜੀ ਗੱਲ ਦੀ ਚਿੰਤਾ ਹੈਗੀ ਹੈ ਕਿ ਉੱਥੇ ਠੀਕ ਹੈ ਕਿਸਾਨ ਅੰਦੋਲਨ ਚੱਲ ਰਿਹਾ ਹੈ, ਬੜੀ ਸ਼ਾਂਤੀਪੂਰਵਕ ਚੱਲ ਰਿਹਾ ਹੈ, ਪਰ ਨਾਲ ਉੱਥੇ ਕੇਜਰੀਵਾਲ ਦਾ ਕੀ ਕੰਮ ਹੈਗਾ ਕਿ ਉਹ ਲਾਅ ਨੂੰ ਫਾੜਨ ਲੱਗਾ ਹੋਇਆ। ਉੱਥੇ ਖਾਲਿਸਤਾਨੀ ਦੇ ਝੰਡੇ ਕਿਉਂ ਜਾ ਰਹੇ ਨੇ, ਉੱਥੇ ਪਾਕਿਸਤਾਨ ਦੇ ਸਲੋਗਨਸ ਕਾਹਤੇ ਹੋ ਰਹੇ ਨੇ, ਉਹ ਜਿਹੜੇ ਹੈਗੇ ਨੇ ਮੀਡੀਆ ਦੇ ਵਿੱਚ ਉਹ ਵੀ ਦਿਖਾਇਆ ਜਾ ਰਿਹਾ ਹੈਗਾ ਵਾ। ਤਾਂ ਇੱਥੇ ਉਹਦਾ ਨੈਗੇਟਿਵ ਇੰਪੈਕਟ ਹੁੰਦਾ ਵਾ, ਕਿਉਂਕਿ ਜਿਹੜਾ ਅੰਦੋਲਨ ਹੈ ਉਹਨੂੰ ਡਾਇਲਿਊਟ ਕੀਤਾ ਜਾ ਰਿਹਾ। ਜਿਹੜੇ ਪੋਲੀਟੀਸ਼ੀਅਨ ਹੈਗੇ ਨੇ ਉਹ ਕਿਸਾਨ ਦੇ ਕੰਧਿਆਂ ਦੇ ਉੱਤੇ ਰੱਖ ਕੇ ਉਹ ਆਪਣੀ ਬੰਦੂਕ ਚਲਾਉਣ ਲੱਗੇ ਹੋਏ ਨੇ। ਉਹ ਜਿਹੜੇ ਕਾਂਗਰਸੀ ਹੈਗੇ ਨੇ ਉਹ ਆਪੋਜੀਸ਼ਨ ਦੇ ਵਿੱਚ ਜੋ ਖਰਾ ਹੋਵੇ ਮਾੜਾ ਹੋਵੇ ਉਹ ਕੁਝ ਵੀ ਬੋਲੀ ਜਾਂਦੇ ਨੇ। ਬਾਕੀ ਮੈਂ ਇੱਕ ਪੁਆਇੰਟ ਰੇਜ਼ ਕੀਤਾ ਸੀਗਾ, ਬਾਕੀ ਵਿਚੋਲੇ ਬਹੁਤ ਹੈਗੇ ਨੇ। ਮੈਂ ਇਕੱਲੀ ਪੰਜਾਬ ਦੀ ਗੱਲ ਨਹੀਂ ਕਰਦਾ, ਪੰਜਾਬ ਦੇ ਵਿੱਚ ਸਾਨੂੰ ਸਾਰਿਆਂ ਨੂੰ ਓਪਨ ਸੀਕ੍ਰੇਟ ਹੈਗੀ ਹੈ ਕਿ ਵੀ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਫੈਮਿਲੀ ਹੈਗੀ ਉਹਨਾਂ ਨੇ ਤਬਾਹ ਕਰ ਦਿੱਤਾ ਪੰਜਾਬ ਨੂੰ ਆਪਣੇ ਥੱਲੇ ਪਾਕਟਸ ਭਰ ਕੇ ਐਗਰੀਕਲਚਰ ਸੈਕਟਰ ਤੋਂ। ਸਿਮਿਲਰਲੀ ਸ਼ਰਦ ਪਵਾਰ ਹੈਗਾ ਵਾ ਉੱਥੇ ਮਹਾਰਾਸ਼ਟਰ ਦੇ ਵਿੱਚ, ਉਹਨੇ ਸ਼ੂਗਰ ਮਾਫੀਆ ਦੇ ਵਿੱਚ ਕਰ ਕਰਕੇ ਉਹਨੇ ਆਪਣੀ ਕਿੰਨੀ ਪਤਾ ਨਹੀਂ ਕਰਪਸ਼ਨ, ਉਹਨੇ ਆਪਣਾ ਰਾਜ ਆਪਣਾ ਕਿੰਗਡਮ ਖੜਾ ਕੀਤਾ ਹੋਇਆ ਹੈਗਾ। ਏਦਾਂ ਦੇ ਜਿਹੜੇ ਬੰਦੇ ਹੈਗੇ ਇਹਨਾਂ ਨੂੰ ਕਿਉਂ ਨਹੀਂ ਬਾਹਰ ਕੀਤਾ ਜਾਂਦਾ? ਜਿਹੜੇ ਹੈਗੇ ਨੇ ਫਾਰਮਰਸ ਆਪਣੇ ਕੋਆਪਰੇਟਿਵ ਬਣਾ ਕੇ ਉਹਦੇ ਆਪਣੇ ਅਫੇਅਰਸ ਕਿਉਂ ਨਹੀਂ ਆਪ ਸਾਂਭਦੇ? ਉਹਨਾਂ ਨੇ ਏਦਾਂ ਦੇ ਕਰਪਟ ਬੰਦਿਆਂ ਨੂੰ, ਜਿਹੜੇ ਪੋਲੀਟੀਸ਼ੀਅਨ ਹੈਗੇ ਜਿਨ੍ਹਾਂ ਨੂੰ ਪੈਸੇ ਦਿੱਤੇ ਜਾਂਦੇ ਨੇ, ਉਹਨਾਂ ਨੂੰ ਕਾਹਦੇ ਵਾਸਤੇ ਉਹਨਾਂ ਸਪੋਰਟ ਕਰਨ ਲੱਗੇ ਹੋਏ? ਤੁਹਾਡਾ ਅੰਦੋਲਨ ਇੱਕਦਮ ਠੀਕ ਹੈਗਾ। ਓਕੇ ਬਲਬੀਰ ਸਿੰਘ ਜੀ, ਰਾਜੇਵਾਲ ਸਾਹਿਬ। ਇਸ ਤਰ੍ਹਾਂ ਜੀ ਵੀ ਜਦੋਂ ਅੰਦੋਲਨ ਜਿਸ ਲੈਵਲ ਤੇ ਚਲਾ ਗਿਆ, ਇਹੋ ਜਿਹੇ ਅੰਦੋਲਨ ਵਿੱਚ ਆਮ ਤੌਰ ਤੇ ਹਰ ਫੋਰਸ ਕੋਸ਼ਿਸ਼ ਕਰਦੀ ਹੈ ਵੀ ਕਿਸੇ ਤਰ੍ਹਾਂ ਉਹ ਆਪਣਾ ਰੋਲ ਨਿਭਾਏ। ਪਰ ਅਸੀਂ ਇੱਕ ਜਿਹੜੀ ਗੱਲ ਸ਼ੁਰੂ ਤੇ ਸਾਡੀ ਤੈਅਸ਼ੁਦਾ ਹੈ ਉਹਦੇ ਅੱਜ ਤੱਕ ਅਸੀਂ ਪਹਿਰਾ ਦਿੰਦੇ ਹਾਂ, ਉਹ ਇਹ ਹੈ ਵੀ ਅਸੀਂ ਕਦੇ ਕਿਸੇ ਪੋਲੀਟੀਕਲ ਲੀਡਰ ਨੂੰ ਆਪਣੀ ਸਟੇਜ ਸ਼ੇਅਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਕੇਜਰੀਵਾਲ ਬਾਹਰੋਂ ਮੁੜ ਗਿਆ, ਸਾਡੀ ਸਟੇਜ ਦੇ ਨੇੜੇ ਵੀ ਅਸੀਂ ਉਹਨੂੰ ਢੁੱਕਣ ਨਹੀਂ ਦਿੱਤਾ। ਬਹੁਤ ਸਾਰੀਆਂ ਫੋਰਸਿਸ ਨੇ ਜਿਹੜੀਆਂ ਇੱਥੇ, ਸਰਕਾਰ ਦੀ ਇੱਕ ਕੋਸ਼ਿਸ਼ ਇਹ ਹੈ ਇੱਕ ਦਿਨ ਪੂਰਾ ਸਰਕਾਰ ਦਾ ਜਿਹੜਾ ਮੀਡੀਆ ਹੈ ਉਹ ਐਵੇਂ ਅਨਨੈਸੈਸਰੀ ਇਹੋ ਜਿਹਾ ਕੁਝ ਦਿਖਾਈ ਗਿਆ, ਦੇਖੋ ਜੀ ਖਾਲਿਸਤਾਨ ਇਦੋਂ ਵੱਡਾ ਸਬੂਤ ਕੀ ਹੈ। ਉਹ ਪੁਰਾਣੀਆਂ ਚੱਕ ਕੇ ਪੋਸਟਾਂ, ਉਹਨਾਂ ਨੂੰ ਕਲਿਪਸ ਜੋੜ ਕੇ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਲੱਗੇ ਰਹੇ। ਉਹ ਇਹਦੇ ਬਾਵਜੂਦ ਅਸੀਂ ਉਹਦੇ ਤੇ ਚੌਕਸ ਹਾਂ, ਫਿਰ ਵੀ ਆ ਜਾਂਦੇ ਨੇ ਕਈ ਲੋਕ। ਸਾਡਾ ਇੱਕ ਆਪਣਾ ਕਾਰਡਨ ਕੀਤਾ ਹੋਇਆ ਸਟੇਜ ਨੂੰ, ਸਾਡੇ ਜਿਹੜੀ ਵਰਲਡ ਕਬੱਡੀ ਦੀ ਟੀਮ ਹੈ ਉਹ ਸਾਰੇ ਸਾਡੇ ਨੌਜਵਾਨ ਜਿਹੜੇ ਸਾਡੀ ਸਟੇਜ ਦੇ ਆਲੇ ਦੁਆਲੇ ਰਹਿੰਦੇ ਨੇ। ਜੇ ਕੋਈ ਮਸਲਮੈਨ ਵੀ ਆਵੇ ਉਹ ਕਿਸੇ ਦੀ ਪੇਸ਼ ਨਹੀਂ ਜਾਣ ਦਿੰਦੇ। ਪੋਲੀਟੀਕਲ ਲੀਡਰ ਨੂੰ ਤਾਂ ਕਿਸੇ ਨੂੰ ਸਟੇਜ ਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਆਪਣੇ ਤੌਰ ਤੇ ਅਸਲੀਅਤ ਅੱਜ ਦੀ ਡੇਟ ਵਿੱਚ ਇਹ ਹੈ, ਇਸ ਅੰਦੋਲਨ ਨੇ ਇੰਨੀ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ ਪੋਲੀਟੀਕਲ ਲੀਡਰਸ਼ਿਪ ਨੂੰ, ਚਾਹੇ ਕਿਸੇ ਪਾਰਟੀ 'ਚ ਬੈਠੇ ਹੈ, ਉਹਨਾਂ ਨੂੰ ਆਪਣੀ ਗਰਾਊਂਡ ਤਲਾਸ਼ ਕਰਨ ਵਾਸਤੇ ਫਿਕਰ ਪਿਆ ਹੈ। ਕੋਈ ਕਿਸੇ ਤਰ੍ਹਾਂ ਕੋਈ ਲੋਕੀ ਉਹਨਾਂ ਦੀ ਹੁਣ ਸੁਣਦੇ ਹੀ ਨਹੀਂ, ਜੋ ਮਰਜ਼ੀ ਬਿਆਨ ਦੇਈ ਜਾਣ, ਲੋਕੀ ਪਰਵਾਹ ਹੀ ਨਹੀਂ ਕਰਦੇ। ਇਹ ਇੱਕ ਨਵਾਂ
ਅੱਛੀ ਡਿਵੈਲਪਮੈਂਟ ਇਹ ਹੋਈ ਹੈ, ਲੋਕ ਆਪਣੇ ਅੰਦੋਲਨ ਦੇ ਵਿੱਚ ਹੋਰ ਪੋਲੀਟੀਕਲ ਲੀਡਰਾਂ ਦੀ ਕੋਈ ਵੀ ਬਿਆਨ ਦੀ ਕਿਸੇ ਦਾ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ। ਇਹ ਇੱਕ ਬਹੁਤ ਵੱਡੀ ਜਿਹੜੀ ਹੈ ਪ੍ਰਾਪਤੀ ਸਾਡੀ ਇਹ ਵੀ ਹੈ। ਬਾਕੀ ਪੋਲੀਟੀਕਲ ਪਾਰਟੀਆਂ ਆਪਣਾ ਰੋਲ ਨਿਭਾ ਰਹੀਆਂ, ਅਸੀਂ ਉਹਨਾਂ ਨੂੰ ਕਿਸੇ ਨੂੰ ਸਟੇਜ ਸ਼ੇਅਰ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਅਮਰੀਕ ਸਿੰਘ ਜੀ ਸਿੱਧੂ ਸਾਹਿਬ, ਤੁਸੀਂ ਬੜੇ ਸੋਹਣੇ ਕੁਐਸਚਨ ਕਰਦੇ ਹੁੰਦੇ ਹੋ, ਥੋੜਾ ਜਿਹਾ ਕਰਦੇ ਸ਼ੁਰੂ ਥੋੜਾ ਜਿਹਾ ਕੰਮ। ਅੱਛਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜੇਵਾਲ ਸਾਹਿਬ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ, ਤੁਸੀਂ ਆ ਕੇ ਸਾਨੂੰ ਇਹਨਾਂ ਗੱਲਾਂ ਦੇ ਵਿੱਚੋਂ ਸਾਡੇ ਜਿਹੜੇ ਮਿਸਅੰਡਰਸਟੈਂਡਿੰਗ ਸੀ ਉਹਨੂੰ ਕਲੀਅਰ ਕੀਤਾ। ਮੇਰੇ 2 ਕੁਐਸਚਨ ਹੈਗੇ ਹਨ। ਇੱਕ ਪਹਿਲਾ ਤੇ ਇਹ ਹੈ ਕਿ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਆਪ ਜੀ ਨੂੰ ਕਿਹਨਾਂ ਹੋਰ ਸੰਸਥਾਵਾਂ ਦਾ ਸਹਿਯੋਗ ਹੈਗਾ, ਕਿਹੜੀਆਂ ਹੋਰ ਸਟੇਟਸ ਹੈਗੀਆਂ ਤੁਹਾਡੇ ਨਾਲ, ਇਹ ਪੰਜਾਬ, ਹਰਿਆਣਾ, ਯੂਪੀ, ਸੀਪੀ, ਰਾਜਸਥਾਨ ਤੋਂ ਇਲਾਵਾ, ਤੇ ਜਨਰਲ ਪਬਲਿਕ ਦੀ ਫੀਲਿੰਗ ਕੀ ਹੈ? ਪਹਿਲਾ ਕੁਐਸਚਨ ਤਾਂ ਇਹ ਹੈ। ਤੇ ਦੂਸਰਾ ਮੈਂ ਨਾਲ ਕਮੈਂਟ ਵੀ ਦਿੰਦਾ ਹਾਂ ਕਿ ਮੈਨੂੰ ਇਹ ਡਰ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਕੋਵਿਡ ਆਈ ਤੇ ਅਮਰੀਕਾ ਦੀ ਜੋ ਮੈਨੂਫੈਕਚਰਿੰਗ ਇੰਡਸਟਰੀ ਸੀ ਨਾ ਇੱਥੋਂ ਦੀ, ਇੰਨੀ ਨੈਗਲੈਕਟ ਹੋ ਚੁੱਕੀ ਸੀ ਕਿ ਸਾਨੂੰ ਕੋਵਿਡ ਦੇ ਵੇਲੇ ਸਾਡੇ ਕੋਲ PPE ਹੈ ਨਹੀਂ ਸੀ, ਹਸਪੀਟਲਸ ਦੇ ਕੋਲ ਪਰਸਨਲ ਪ੍ਰੋਟੈਕਸ਼ਨ ਇਕੁਇਪਮੈਂਟ ਹੈ ਨਹੀਂ ਸੀ, ਸਾਡੇ ਕੋਲ ਮਾਸਕ ਵੀ ਹੈ ਨਹੀਂ ਸੀ, ਸਾਡੇ ਕੋਲ ਕੁਝ ਵੀ ਹੈ ਨਹੀਂ ਸੀ। ਸਾਰਾ ਕੁਝ ਚੀਨ ਤੋਂ ਆਉਂਦਾ ਸੀ ਤੇ ਚੀਨ ਦੇ ਨਾਲ ਅਸੀਂ ਵਿਗਾੜੀ ਹੋਈ ਸੀ, ਅਸੀਂ ਬੜੀ ਮੁਸ਼ਕਲ 'ਚ ਪੈ ਗਏ ਸੀ। ਇਸੇ ਤਰ੍ਹਾਂ ਹੀ ਕਿ ਜੇ ਕਿਸਾਨਾਂ ਦੀ ਵੀ ਇਹ ਚੀਜ਼ ਬੰਦ ਕਰ ਦਿੱਤੀ ਗਈ, ਇਹ ਦਬਾ ਦਿੱਤੀ ਗਈ ਐਗਰੀਕਲਚਰ ਇੰਡਸਟਰੀ, ਤਾਂ ਜਦੋਂ ਕਿਤੇ ਮੁਲਕ ਨੂੰ ਐਮਰਜੈਂਸੀ ਵੇਲੇ ਲੋੜ ਪੈ ਜਾਏ ਤਾਂ ਇੱਕਦਮ ਰਿਵਾਈਵ ਨਹੀਂ ਕੀਤੀ ਜਾਂਦੀ, ਇਹਨੂੰ ਟਾਈਮ ਲੱਗ ਜਾਂਦਾ। ਇੰਡਸਟਰੀ ਨੂੰ ਅਮਰੀਕਾ ਵਾਂਗ, ਖਾਸ ਕਰਕੇ ਫਾਰਮਿੰਗ ਇੰਡਸਟਰੀ ਨੂੰ ਅਮਰੀਕਾ ਜ਼ਰੂਰ ਮਜ਼ਬੂਤ ਰੱਖਦਾ। ਜਿੰਨਾ ਮਰਜ਼ੀ ਉਹ ਪ੍ਰੋਡਿਊਸ ਕਰ ਦੇਣ, ਬਾਈ ਕਰਕੇ ਸਮੁੰਦਰ 'ਚ ਸਿੱਟ ਦਿੰਦਾ ਜਾਂ ਕਹਿੰਦਾ ਪੈਸੇ ਦੇ ਦੇਣਾ ਨਾ ਬੀਜੋ, ਲੇਕਿਨ ਉਹ ਇਹਨੂੰ ਕਦੇ ਵੀ ਡਾਊਨ ਨਹੀਂ ਜਾਣ ਦਿੰਦਾ ਜਿੱਦਾਂ ਅਮਰੀਕਾ ਨੇ ਬਾਕੀ ਦੀ ਇੰਡਸਟਰੀ ਜਾਣ ਦਿੱਤੀ ਆ। ਕਿ ਹਿੰਦੁਸਤਾਨ ਦੇ ਲੀਡਰਾਂ ਨੂੰ ਇਸ ਗੱਲ ਦਾ ਕੋਈ ਖਿਆਲ ਨਹੀਂ ਹੈ? ਸੋ ਇਹਨਾਂ ਗੱਲਾਂ ਦੇ ਨਾਲ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੇ ਇਹਨੂੰ ਐਡਰੈਸ ਕਰੋ ਤਾਂ। ਇਸ ਤਰ੍ਹਾਂ ਜੀ ਵੀ ਸ਼ੁਰੂ ਤੇ ਇੱਥੇ ਪਾਲਿਸੀ ਜਿਹੜੀਆਂ ਰਹੀਆਂ ਗਵਰਨਮੈਂਟ ਆਫ ਇੰਡੀਆ ਦੀਆਂ, ਇਹ ਐਂਟੀ ਫਾਰਮਰ ਹੀ ਰਹੀਆਂ। ਕੋਈ ਵੇਲਾ ਸੀ ਜਦੋਂ ਗ੍ਰੀਨ ਰੈਵੋਲੂਸ਼ਨ ਦੀ ਸ਼ੁਰੂਆਤ ਹੋਈ, ਅਸੀਂ ਫੂਡ ਡੈਫਿਸਿਟ ਸੀ ਤੇ ਪੰਜਾਬ ਨੇ ਮੋਹਰੀ ਹੋ ਕੇ ਰੋਲ ਨਿਭਾਇਆ, ਅਸੀਂ ਫੂਡ ਸਰਪਲਸ ਹੋ ਗਏ। ਪਰ ਹੁਣ ਤਾਂ ਅਸੀਂ ਜਿਸ ਤਰ੍ਹਾਂ ਦਾ ਸਾਡਾ ਸੁਭਾਅ ਹੈ, ਸਾਰੀ ਦੁਨੀਆ 'ਚ ਅਸੀਂ ਫੈਲੇ ਹਾਂ। ਹਿੰਦੁਸਤਾਨ 'ਚ ਵੀ ਅਸੀਂ ਦੂਸਰੇ ਸੂਬਿਆਂ 'ਚ ਜਾ ਕੇ ਉੱਥੇ ਦੇ ਲੋਕ ਫਾਰਮ ਬਣਾ ਕੇ ਉੱਥੇ ਦੇ ਲੋਕਾਂ ਨੂੰ ਖੇਤੀ ਕਰਨੀ ਸਿਖਾਤੀ। ਹੁਣ ਅਨਾਜ ਸਾਰੇ ਦੇਸ਼ ਵਿੱਚ ਪੈਦਾ ਹੋ ਰਿਹਾ। ਜਿੱਥੋਂ ਤੱਕ ਤੁਸੀਂ ਕਿਹਾ ਸਵਾਲ ਹੈਗਾ ਵੀ ਕਿੱਥੇ ਕਿੱਥੇ ਲੋਕਾਂ ਦੀ ਸ਼ਮੂਲੀਅਤ ਹੈਗੀ ਹੈ, ਇਹ ਹੁਣ ਤਕਰੀਬਨ ਸਾਰੇ ਦੇਸ਼ ਦੇ ਵਿੱਚ ਇਹ ਅੰਦੋਲਨ ਫੈਲ ਚੁੱਕਾ ਹੈ। ਹਾਂ, ਇੱਕ ਸਮੱਸਿਆ ਹੈ, ਲੋਕਾਂ ਦੀ ਸਾਊਥ ਵਿੱਚੋਂ ਇੱਥੇ ਆਉਣ ਵਾਸਤੇ ਬਹੁਤ ਲੰਬਾ ਸਫ਼ਰ ਹੈ, ਟ੍ਰੇਨਸ ਘੱਟ ਨੇ ਔਰ ਕਈ ਉਹਨਾਂ ਦੀ ਕਈ ਮੁਸ਼ਕਲਾਂ ਨੇ, ਇਸ ਕਰਕੇ ਉਹ ਨਹੀਂ ਆ ਰਹੇ। ਪਰ ਉਹ ਆਪੋ ਆਪਣੀ ਸਟੇਟ ਵਿੱਚ ਲੱਗੇ ਹੋਏ ਨੇ। ਜਿਵੇਂ ਕਰਨਾਟਕ 'ਚ ਉਹਨਾਂ ਨੇ 3-4 ਦਿਨ ਉੱਥੇ ਦੀ ਅਸੈਂਬਲੀ ਘੇਰੀ ਰੱਖੀ, ਇਸੇ ਤਰ੍ਹਾਂ DC ਦਫ਼ਤਰ ਸਾਰੇ ਆਂਧਰ ਪ੍ਰਦੇਸ਼ ਵਿੱਚ ਘੇਰੀ ਰੱਖੇ। ਇਸ ਤਰ੍ਹਾਂ ਜਗ੍ਹਾ ਜਗ੍ਹਾ ਚੱਲ ਰਿਹਾ, ਸਾਰੇ ਅੰਦੋਲਨ ਕਿਸੇ ਨਾ ਕਿਸੇ ਸ਼ਕਲ ਚੱਲ ਰਿਹਾ। ਜਿੱਥੇ ਈਵਨ ਕੱਲ ਦੀ ਸ਼ਾਇਦ ਇੱਕ ਪੋਸਟ ਬੜੀ ਵਾਇਰਲ ਹੋਈ ਹੈ, ਐਗਰੀਕਲਚਰ ਮਿਨਿਸਟਰ ਮੱਧ ਪ੍ਰਦੇਸ਼ 'ਚ ਗਿਆ, ਉੱਥੇ ਕਿਸਾਨਾਂ ਨੇ ਇਹਨੂੰ ਘੇਰ ਕੇ ਸਵਾਲ ਕੀਤੇ, ਉਹਦੇ ਕੋਲ ਕੋਈ ਜਵਾਬ ਨਹੀਂ ਆਇਆ, ਉਹ ਛੱਡ ਕੇ ਭੱਜ ਗਿਆ। ਤੋ ਜਿੱਥੇ ਕਿਤੇ ਵੀ ਜਾਂਦੇ ਨੇ BJP ਦਾ ਵਿਰੋਧ ਇੰਨਾ ਹੋ ਰਿਹਾ ਹੈ, BJP ਵਾਲਿਆਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋਇਆ ਹੈ। ਲੋਕੀ ਸਵਾਲ ਕਰਦੇ ਨੇ। ਸਭ ਤੋਂ ਇੱਕ ਜਿਹੜੀ ਵਧੀਆ ਗੱਲ ਮੈਨੂੰ ਲੱਗਦੀ ਹੈ ਸਿੱਖ ਲਈ ਲੋਕਾਂ ਨੇ, ਉਹ ਹੈ ਵੀ ਉਹਨਾਂ ਨੂੰ ਕੁੱਟਣ ਮਾਰਨ ਨਹੀਂ ਪੈਂਦੇ, ਵਾਇਲੈਂਟ ਨਹੀਂ ਹੁੰਦੇ, ਸਵਾਲ ਕਰ ਕਰਕੇ ਭਜਾ ਦਿੰਦੇ ਨੇ। ਇੱਕ ਤਾਂ ਇਹ ਹੈ। ਪਰ ਦੂਸਰੀ ਗੱਲ, ਜਿਹੜਾ ਤੁਸੀਂ ਜੋ ਜ਼ਿਕਰ ਕੀਤਾ, ਇੱਥੇ ਅੰਦੋਲਨ ਦੇ ਵਿੱਚ ਸਾਰਾ ਪੀਸਫੁਲੀ ਚੱਲ ਰਿਹਾ, ਕਿਸੇ ਚੀਜ਼ ਦੀ ਸਾਨੂੰ ਲੋਕਾਂ ਮੈਂ ਇੱਕ ਗੱਲ ਇੱਥੇ ਬਾਰ-ਬਾਰ ਕਹਿਣਾ, ਮੈਂ ਸਰਕਾਰ ਨੂੰ ਵੀ ਕਿਹਾ ਵੀ ਅਸੀਂ ਉਹਨਾਂ ਗੁਰੂ ਸਾਹਿਬਾਨ ਦੇ ਪੈਰੋਕਾਰਾਂ ਜਿਨ੍ਹਾਂ ਨੇ ਕੁਰਬਾਨੀਆਂ ਤਾਂ ਦਿੱਤੀਆਂ ਪਰ ਕਦੇ ਸਾਨੂੰ ਵਾਇਲੈਂਟ ਹੋਣਾ ਨਹੀਂ ਸਿਖਾਇਆ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੱਤੀ ਤਵੀ ਤੇ ਬਹਿ ਕੇ ਕੁਰਬਾਨੀ ਦੇਤੀ, ਇਹ ਨਹੀਂ ਕਿਹਾ ਵੀ ਮੇਰੇ ਤੋਂ ਪਿੱਛੇ ਤੁਸੀਂ ਵੱਢ ਟੁੱਕ ਕਰਦੇ ਸ਼ੁਰੂ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਅੱਜ ਸ਼ਹੀਦੀ ਦਿਨ ਹੈ, ਉਹਨਾਂ ਨੇ ਕੁਰਬਾਨੀ ਦੇਤੀ, ਪਰ ਸਾਨੂੰ ਇਹ ਨਹੀਂ ਕਿਹਾ ਵੀ ਤੁਸੀਂ ਪਿੱਛੋਂ ਲੋਕਾਂ ਨੂੰ ਵੱਢਣਾ ਸ਼ੁਰੂ ਕਰ ਦਿਓ। ਤਾਂ ਅਸੀਂ ਆਪਣੇ ਸਰੀਰ ਤੇ ਕਸ਼ਟ ਚੱਲਣਾ ਜਾਣਦੇ ਹਾਂ। ਅਸੀਂ ਉਹਨਾਂ ਦੇ ਪੈਰੋਕਾਰ ਹਾਂ ਜਿਨ੍ਹਾਂ ਨੇ ਇਤਿਹਾਸ ਵਿੱਚ ਨਵੀਆਂ ਪਿਰਤਾਂ ਪਾਈਆਂ ਹੋਈਆਂ ਨੇ, ਜਿਹਦਾ ਕੋਈ ਸਾਨੀ ਨਹੀਂ।
ਇਸ ਕਰਕੇ ਬੜਾ ਵਧੀਆ ਚੱਲ ਰਿਹਾ, ਪੀਸਫੁਲੀ ਚੱਲ ਰਿਹਾ, ਕੋਈ ਕਿਸੇ ਕਿਸਮ ਦੀ ਮੁਸ਼ਕਲ ਹੈ ਨਹੀਂ। ਦੇਖੋ ਠੰਡ ਬਹੁਤ ਹੈ, ਬਹੁਤ ਜ਼ਿਆਦਾ ਕੜਾਕੇ ਦੀ ਠੰਡ ਹੈ, ਤੇ ਲੋਕਾਂ ਨੇ ਟਰਾਲੀਆਂ ਨੂੰ ਇਦਾਂ ਬਣਾਇਆ ਹੋਇਆ ਹੈ ਜਿਵੇਂ ਕਿਤੇ ਉਹਨਾਂ ਦੇ ਉਹ ਬੰਗਲੇ ਹੋਣ, ਰਜਾਈਆਂ ਨਾਲ ਉੱਪਰੋਂ ਤਰਪਾਲਾਂ ਪਾ ਕੇ ਢਕਿਆ ਹੋਇਆ, ਤੇ ਲੰਗਰਾਂ ਵਿੱਚ ਸਮਾਨ ਇੰਨਾ, ਜਿਸ ਤਰ੍ਹਾਂ ਸਾਡਾ ਸਿੱਖਾਂ ਦਾ ਇਹ ਵਿਰਸਾ ਹੈ, ਲੰਗਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਧੜਾਧੜ ਸਾਡਾ ਭਾਈਚਾਰਾ ਸਮਾਨ ਲੈ ਕੇ ਆ ਰਿਹਾ। ਤੇ ਹੁਣ ਇਸ ਵੇਲੇ ਕਿਸੇ ਪੱਖੋਂ ਵੀ ਕੋਈ ਕਮੀ ਨਹੀਂ ਲੱਗਦੀ। ਜੇ ਕਮੀ ਲੱਗਦੀ ਤਾਂ ਸਰਕਾਰ ਨੂੰ ਲੱਗਦੀ ਹੈ ਵੀ ਉਹ ਸਾਨੂੰ ਫੇਸ ਕਿਵੇਂ ਕਰੇ। ਹਾਂ, ਇਹ ਮੇਰਾ ਫਾਲੋ ਅਪ ਕੁਐਸਚਨ ਵਿੱਚੇ ਰਹਿ ਗਿਆ ਜੀ, ਫਿਰ ਥੋੜਾ ਜਿਹਾ। ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਜਿਸ ਤਰ੍ਹਾਂ ਪੀਸਫੁਲ ਮੂਵਮੈਂਟ ਚਲਾਈ ਹੈ ਨਾ, ਇਹ ਵਾਕਿਆ ਹੀ ਇੱਕ ਇਤਿਹਾਸ ਬਣ ਜਾਏਗਾ ਦੁਨੀਆ ਦਾ। ਦੁਨੀਆ ਦੇ ਵਿੱਚ ਇੱਕ ਇਤਿਹਾਸਕ ਬਣ ਜਾਏਗੀ ਕਿ ਮੂਵਮੈਂਟ ਬਿਲਕੁਲ ਪੀਸਫੁਲ ਔਰ ਬੜੀ ਫੋਕਸਡ ਸੀ। ਹਾਲੇ ਮੇਰੇ ਇਸ ਕੁਐਸਚਨ ਨੂੰ ਐਡਰੈਸ ਕਰੋ ਕਿ ਕੀ ਸਾਡੀ ਗਵਰਨਮੈਂਟ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੈ ਕਿ ਜੇ ਫਾਰਮਿੰਗ ਇੰਡਸਟਰੀ ਸਾਡੀ ਕਮਜ਼ੋਰ ਹੋ ਗਈ ਤੇ ਕਦੇ ਵੀ ਕਿਤੇ ਇਹੋ ਜਿਹਾ ਸਮਾਂ ਆਵੇ ਤੇ ਅਸੀਂ ਮੁਸ਼ਕਲ 'ਚ ਫਸ ਜਾਵਾਂਗੇ, ਫੂਡ ਤੋਂ ਬਿਨਾਂ ਤਾਂ ਗੁਜ਼ਾਰਾ ਕਿਸੇ ਦਾ ਵੀ ਨਹੀਂ ਹੋਣਾ। ਕੀ ਉਹ ਅਹਿਸਾਸ ਨਹੀਂ ਹੈ ਉਹਨਾਂ ਨੂੰ? ਹਾਂ, ਮੈਂ ਇੱਥੋਂ ਤੱਕ ਤੁਹਾਡੀ ਜਾਣਕਾਰੀ ਲਈ ਦੱਸਾਂ, ਦਿਸ ਇਜ਼ ਔਨ ਰਿਕਾਰਡ, ਕਿ ਸਰਕਾਰ ਨੇ ਇੰਨੀ ਬੁਰੀ ਤਰ੍ਹਾਂ ਐਗਰੀਕਲਚਰ ਸੈਕਟਰ ਨੂੰ ਇਗਨੋਰ ਕੀਤਾ ਹਮੇਸ਼ਾ ਹੀ। ਪਿਛਲੇ 15 ਸਾਲਾਂ ਤੋਂ ਹਰ ਸਾਲ ਜਿਹੜੇ ਕਾਰਪੋਰੇਟ ਹਾਊਸਿਸ ਨੇ, ਇੰਡਸਟਰੀ ਹੈ, ਉਹਨਾਂ ਨੂੰ 6 ਤੋਂ 7 ਲੱਖ ਕਰੋੜ ਰੁਪਏ ਦੇ ਇਨਸੈਂਟਿਵਸ ਔਰ ਉਹਨਾਂ ਦੀਆਂ ਕਿਸੇ ਦਾ NPA ਮਾਫ ਕਰ ਦਿੱਤਾ ਹੈ, ਇਸ ਤਰ੍ਹਾਂ ਦਾ ਉਹਨਾਂ ਨੂੰ ਬੈਨੀਫਿਟ ਦਿੱਤੇ ਜਾਂਦੇ ਰਹੇ ਹੈ। ਖੇਤੀ ਵਾਸਤੇ ਜਦੋਂ ਕੋਈ ਦੇਣ ਦੀ ਗੱਲ ਆਉਂਦੀ ਹੈ, ਸਰਕਾਰ ਕੋਲ ਪੈਸਾ ਨਹੀਂ ਹੁੰਦਾ। ਮੈਂ ਕਿਹਾ ਸੀ ਇੱਕ ਮੀਟਿੰਗ ਵਿੱਚ ਵੀ, ਮੈਨੂੰ ਦੱਸਿਓ ਬਈ ਖੇਤੀ ਸੈਕਟਰ ਜਿਹੜਾ ਮੋਰ ਦੈਨ 80% ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ, ਇਹਦੇ ਵਾਸਤੇ ਪੈਸੇ ਕਿਉਂ ਨਹੀਂ? ਤੇ ਇੰਡਸਟਰੀ ਸੈਕਟਰ, ਕਾਰਪੋਰੇਟ ਸੈਕਟਰ ਜਿਹੜਾ 6 ਤੋਂ 7% ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਨਹੀਂ ਦਿੰਦਾ, ਉਹਦੇ ਵਾਸਤੇ ਪੈਸਾ ਤੁਹਾਡੇ ਕੋਲ ਕਿੱਥੋਂ ਆ ਜਾਂਦਾ ਹੈ? ਪਿਛਲੇ 15 ਸਾਲਾਂ 'ਚ 42 ਲੱਖ ਕਰੋੜ ਰੁਪਇਆ ਉਹਨਾਂ ਨੂੰ ਜਾ ਚੁੱਕਾ। ਔਰ ਮੈਂ ਸਮਝਦਾ, ਮੈਂ ਆਪਣੇ ਲੋਕਾਂ ਨੂੰ ਸਮਝਾਉਣਾ, ਸਾਨੂੰ ਇਹ ਸਮਝਣਾ ਪਏਗਾ ਕਾਰਪੋਰੇਟ ਹੈ ਕੀ। ਕਿਸੇ ਦਾ ਕਾਰਪੋਰੇਟ ਹਾਊਸਿਸ ਦੇ ਵਿੱਚ ਨਾਮ ਬਣ ਗਿਆ, ਅੰਬਾਨੀਆਂ ਦਾ, ਅਡਾਨੀਆਂ ਦਾ, ਇੱਕ ਕੰਪਨੀ ਫਲੋਟ ਕਰ ਦਿੰਦੇ ਨੇ, ਉਹਦੇ ਸ਼ੇਅਰ ਫਲੋਟ ਕਰ ਦਿੰਦੇ ਨੇ। ਸ਼ੇਅਰ ਮਨੀ ਲੋਕਾਂ ਦਾ ਪੈਸਾ ਹੈ, ਲੋਕਾਂ ਦਾ ਪੈਸਾ। ਫਿਰ ਇੱਕ ਫਾਰਮੂਲਾ ਹੈ ਵੀ ਜੇ 5000 ਕਰੋੜ ਸ਼ੇਅਰ ਮਨੀ ਇਕੱਠੀ ਹੋ ਗਈ ਤੂੰ 50000 ਕਰੋੜ ਲੋਨ ਲੈ ਸਕਦਾ। ਅਗੇਨ ਲੋਕਾਂ ਦਾ ਪੈਸਾ ਹੈ। ਤੇ ਜਦੋਂ ਫਿਰ ਉਹ ਜੇ ਨਹੀਂ ਕੋਈ ਪ੍ਰੋਜੈਕਟ ਚੱਲਿਆ, ਫੇਲ ਹੋ ਗਿਆ, ਫਿਰ ਉਹ ਉੱਪਰੋਂ ਬੈਠ ਕੇ ਮੰਡੀਆਂ ਜੇ ਪਾ ਕੇ ਕਹਿ ਦਿੱਤਾ ਜਾਂਦਾ ਵੀ ਇਹਨੂੰ ਜੀ NPA 'ਚ ਪਾ ਦਿਓ। NPA 'ਚ ਪਾਤਾ, ਫਿਰ ਵੀ ਲੋਕਾਂ ਦਾ ਪੈਸਾ ਡੁੱਬਿਆ। ਜੇ ਕਿਸੇ ਵੇਲੇ ਕੋਈ ਬੈਂਕ ਘਾਟੇ ਜਾਂਦੀ ਹੈ ਇੰਡਸਟਰੀ ਵਾਲਿਆਂ ਦੀ ਵਜ੍ਹਾ ਕਰਕੇ, ਤੇ ਫਿਰ ਬਜਟ ਪ੍ਰੋਵੀਜ਼ਨ ਕਰਕੇ ਪੈਸੇ ਦੇ ਦਿਓ। ਇਹ ਫਿਰ ਪਬਲਿਕ ਮਨੀ ਹੈ। ਪਬਲਿਕ ਮਨੀ ਨਾਲ ਖੇਡਣ ਦੀ ਇੱਕ ਖੇਡ ਪੋਲੀਟੀਸ਼ੀਅਨ, ਬਿਊਰੋਕਰੈਟ ਤੇ ਕਾਰਪੋਰੇਟ ਹਾਊਸਿਸ, ਉਹ ਬੜੇ ਲੰਬੇ ਸਮੇਂ ਤੋਂ ਇੱਥੇ ਚਲਾਈ ਹੋਈ ਹੈ। ਅਨਫੋਰਚੂਨੇਟ ਪਹਿਲੂ ਇਹ ਵੀ ਹੈ ਵੀ ਜਦੋਂ ਮੋਦੀ ਜੀ ਆਏ, ਇਹ ਦਿਸ ਇਜ਼ ਓਪਨ ਸੀਕ੍ਰੇਟ ਨਾਓ, ਤੇ ਜਦੋਂ ਅਡਵਾਨੀ ਜੀ ਦਾ ਤੇ ਮੋਦੀ ਜੀ ਦਾ ਆਪਸ ਵਿੱਚ ਮੁਕਾਬਲਾ ਹੋਇਆ ਵੀ ਅਗਲਾ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਕੌਣ ਹੋਵੇਗਾ, ਅਡਵਾਨੀ ਜੀ ਕਹਿੰਦੇ ਸੀ ਮੈਂ ਰਥ ਯਾਤਰਾ ਕਰਕੇ ਦੇਸ਼ ਨੂੰ ਆਰਗੇਨਾਈਜ਼ ਕੀਤਾ, ਮੈਂ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਹੋਵਾਂ। ਤੇ ਮੋਦੀ ਨੇ ਕਿਹਾ ਨਹੀਂ ਮੈਂ ਬਣਨਾ ਹੈ। ਤੇ ਉਸ ਵੇਲੇ ਹਰ ਇੱਕ ਨੂੰ ਪਤਾ ਹੈ ਬਈ RSS ਨੇ ਕਿਹਾ ਬਈ ਪੈਸੇ ਦਾ ਅਰੇਂਜਮੈਂਟ ਜਿਹੜਾ ਵੱਧ ਕਰੂ ਉਹ ਪ੍ਰਾਈਮ ਮਿਨਿਸਟਰ ਕੈਂਡੀਡੇਟ ਹੋਵੇ। ਉਦੋਂ ਅੰਬਾਨੀ ਤੇ ਅਡਾਨੀ ਦੋਨੋਂ ਓਪਨਲੀ ਆਏ, ਉਹਨਾਂ ਨੇ ਕਿਹਾ ਵੀ ਆਰ ਵਿਦ ਮੋਦੀ, ਤੇ ਹੁਣ ਉਹਦਾ ਹੀ ਸਾਰਾ ਕੁਝ ਉਹ ਇਹਦੇ ਕੋਲੋਂ ਫਾਇਦਾ ਲਈ ਜਾ ਰਹੇ। ਇੱਥੇ ਫਿਰ ਇੱਕ ਮਿੰਟ ਫਿਰ ਦੇਣਾ ਜੀ। ਇੱਥੇ ਪਿਛਲੇ ਹਫਤੇ ਸਾਡੇ ਇੱਕ ਆਏ ਸੀ, ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ, ਡਾਕਟਰ ਸਾਹਿਬ। ਉਹ ਵੀ ਇਹ ਕਹਿੰਦੇ ਸੀ ਕਿ ਹਰ ਸਾਲ ਫਾਰਮਰਸ ਨੂੰ ਇੰਨੀ ਸਬਸਿਡੀ ਦਿੱਤੀ ਜਾਂਦੀ ਆ, ਪਰ ਮੈਨੂੰ ਲੱਗਦਾ ਤੁਸੀਂ ਹੁਣ ਦੱਸਦੇ ਆ ਕਿ ਇੰਡਸਟਰੀ ਨੂੰ ਉਹਦੇ ਨਾਲੋਂ ਵੀ ਜ਼ਿਆਦਾ ਸਬਸਿਡੀ ਦਿੰਦੇ ਆ ਔਰ ਹਰ ਸਾਲ ਦਿੰਦੇ ਆ ਔਰ ਉਹ ਮਾਫ ਕਰ ਦਿੰਦੇ ਆ। ਫਾਰਮਰ ਤਾਂ ਸਟਿਲ ਬੈਨੀਫਿਟ ਦਿੰਦੇ ਆ, ਕਦੇ ਫੇਲ ਨਹੀਂ ਹੋਏ। ਉਹ ਸਾਰੇ ਫੇਲ ਹੋ ਕੇ ਵੀ ਸਬਸਿਡੀ ਲਈ ਜਾਂਦੇ ਆ। ਇਸ ਤਰ੍ਹਾਂ ਹੈ ਵੀ ਜੇ ਤੁਸੀਂ ਇਨ ਰੀਅਲ ਟਰਮਸ ਇਹਨੂੰ ਵਰਕਆਊਟ ਕਰੋ, ਇਹ ਵੀ ਔਨ ਰਿਕਾਰਡ ਹੈ, ਐਗਰੀਕਲਚਰ ਸੈਕਟਰ ਦੀ ਜਿਹੜੀ ਸਬਸਿਡੀ ਹੈ ਦੈਟ ਇਜ਼ ਨੈਗੇਟਿਵ। ਕਦੇ ਅਸੀਂ ਪੋਜ਼ਿਟਿਵ 'ਚ ਆਏ ਹੀ ਨਹੀਂ ਅੱਜ ਤੱਕ। ਸਬਸਿਡੀ ਸਾਡੀ, ਅਸੀਂ ਘਾਟੇ 'ਚ ਹੀ ਰਹੇ ਹਾਂ। ਉਹ ਇਸ ਕਰਕੇ ਇਹ ਤਾਂ ਇੱਕ ਕਹਿਣਾ ਵੀ ਜੀ ਖੇਤੀ ਨੂੰ ਸਬਸਿਡੀ ਕੋਈ ਮਿਲਦੀ ਹੈ, ਸਾਨੂੰ ਤਾਂ ਏਦਾਂ ਸਾਰੇ ਨੋਰਮਸ ਐਸੇ ਤੈਅ ਕੀਤੇ ਹੋਏ ਨੇ। ਸਾਡੇ ਵਾਸਤੇ ਹੋਰ ਕਾਨੂੰਨ ਨੇ, ਇੰਡਸਟਰੀ ਵਾਸਤੇ ਹੋਰ ਕਾਨੂੰਨ ਨੇ, ਈਵਨ ਜੇ ਰਿਕਵਰੀ ਕਰਨੀ ਉਹਨਾਂ ਵਾਸਤੇ ਹੋਰ ਹੈ, ਸਾਡੇ ਵਾਸਤੇ ਹੋਰ ਹੈ। ਉਹ ਹਰ ਜਗ੍ਹਾ ਵਿਤਕਰਾ ਹੈ,
ਹਰ ਜਗ੍ਹਾ ਵਿਤਕਰਾ ਹੈ। ਸਾਡੇ ਕੋਲ ਟਾਈਮ ਦੀ ਸਾਡੇ ਬਲ ਜੀ ਬਲਵੀਰ ਸਿੰਘ ਜੀ ਹਾਂਜੀ, ਮੈਂ ਤੁਹਾਨੂੰ ਕਿਸੇ ਕੁਐਸਚਨ ਪੁੱਛਣ ਦੇ ਕਾਬਿਲ ਹੀ ਨਹੀਂ ਹਾਂ। ਤੁਸੀਂ ਬਹੁਤ ਅੱਛੀ ਤਰੀਕੇ ਨਾਲ ਇਸ ਕੈਂਪੇਨ ਨੂੰ ਲੀਡ ਕਰ ਰਹੇ ਹੋ। ਸਿਰਫ ਅਸੀਂ ਬਹੁਤ ਖੁਸ਼ ਹਾਂ ਕਿ ਤੁਸੀਂ ਇਹ ਜਿਹੜਾ ਸਾਰਾ ਅੰਦੋਲਨ ਆ ਇਹਨੂੰ ਪੀਸਫੁਲ ਚਲਾ ਰਹੇ ਹੋ। ਤੇ ਉਸ ਤੋਂ ਵੱਡੀ ਗੱਲ ਇਹ ਹੋਈ ਆ ਕਿ ਅੰਦੋਲਨ ਜਿਹੜਾ ਸੀ ਉਹਨੂੰ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਪੋਲੀਟੀਕਲ ਆ ਜਾਂ ਖਾਲਿਸਤਾਨੀ ਆ ਜਾਂ ਇਹ ਪਾਕਿਸਤਾਨੀ ਆ। ਸੋ ਤੁਸੀਂ ਇਹਨੂੰ ਇਸ ਤਰ੍ਹਾਂ ਮੈਨੇਜ ਕੀਤਾ ਕਿ ਇਹ ਹੁਣ ਆਲ ਓਵਰ ਇੰਡੀਆ ਲੈਵਲ ਦਾ ਕਿਸਾਨ ਅੰਦੋਲਨ ਬਣ ਗਿਆ ਹੋਇਆ ਆਟੋਮੈਟਿਕਲੀ, ਔਰ ਇਹੀ ਹੋਣਾ ਚਾਹੀਦਾ ਸੀ। ਔਰ ਸੀ ਵੀ ਇਹ ਰਿਐਲਿਟੀ ਇੱਕ ਕਿਸਾਨ ਅੰਦੋਲਨ ਆ। ਤੇ ਔਰ ਇਹਦੀਆਂ ਜਿਹੜੀਆਂ ਚੀਜ਼ਾਂ ਅੰਦਰੋਂ ਤੁਸੀਂ ਇਕੱਲੀ ਚੀਜ਼ ਐਕਸਪਲੇਨ ਕੀਤੀ ਆ, ਉਹਨਾਂ ਨੂੰ ਜਦੋਂ ਸੁਣਦੇ ਆ ਤਾਂ ਹੋਰ ਕੋਈ ਸਵਾਲ ਹੀ ਨਹੀਂ ਉੱਠਦਾ ਇਹਨੂੰ ਰੱਦ ਕਰਨ ਦੀ ਬਜਾਏ। ਸਿਰਫ ਓਨਲੀ ਆਪਸ਼ਨ ਇਜ਼ ਕਿ ਇਹ ਰੱਦ ਹੋਣੇ ਚਾਹੀਦੇ ਆ। ਬਾਕੀ ਤਾਂ ਗੱਲਾਂ ਉਹ ਵਕੀਲ ਜਿਹੜੇ ਆ ਉਹ ਲਪੇਟ ਕੇ ਪੇਸ਼ ਕਰਦੇ ਨਾ। ਜਿਹੜੀ ਲੈਂਗੁਏਜ ਲਿਖੀ ਆ ਉਹ ਤਾਂ ਲਪੇਟ ਕੇ ਲਿਖੀ ਹੋਈ ਹੈ, ਭੇਦ ਜਿਹੜੇ ਅੰਦਰ ਹੀ ਨੇ ਉਹਦੇ। ਸੋ ਤੁਹਾਡੇ ਜਦੋਂ ਤੁਸੀਂ ਐਕਸਪਲੇਨ ਕਰਦੇ ਹੋ, ਇਹ ਸਾਰਾ ਕੁਝ ਲੋਕਾਂ ਨੂੰ ਪਤਾ ਲੱਗ ਚੁੱਕਿਆ। ਸੋ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਬਹੁਤ ਖੁਸ਼ ਹਾਂ ਜਿਸ ਤਰ੍ਹਾਂ ਤੁਸੀਂ ਇਸ ਨੂੰ ਲੀਡ ਕਰ ਰਹੇ ਹੋ। ਹੋਪਫੁਲੀ ਪ੍ਰਮਾਤਮਾ ਸਾਡੀ ਹੈਲਪ ਕਰੂਗਾ, ਅਸੀਂ ਇਹਦੇ 'ਚ ਸਕਸੈਸਫੁਲ ਹੋਵਾਂਗੇ। ਵੈਰੀ ਗੁੱਡ। ਡਾਕਟਰ ਸਾਹਿਬ ਨੂੰ ਜਾਣਾ ਪਿਆ ਸੀ, ਉਹ ਹਸਪੀਟਲ ਕਰਕੇ ਉਹਨਾਂ ਨੇ ਕਹਿਤਾ ਅਸੀਂ ਕੁਐਸਚਨ ਕਰ ਲਿਆ। ਸੋ ਚੰਦਜੀਤ ਤੁਸੀਂ ਫਾਈਨਲ ਕਰ ਦਿਓ 1 ਸੈਕਿੰਡ ਦੇ ਵਿੱਚ। ਆਪਾਂ ਫਿਰ 1 ਮਿੰਟ 'ਚ ਇਹਨਾਂ ਨੇ ਵੀ ਮਨਪਤ ਥੱਕੇ ਹੁੰਦੇ ਆ 1 ਮਿੰਟ ਦੇ ਵਿੱਚ। ਪਿਸ਼ੌਰੇ ਨੂੰ ਦਿਓ ਵਾਰੀ। ਹਾਂਜੀ ਅੱਛਾ ਪਿਸ਼ੌਰਾ ਸਿੰਘ ਜੀ ਚਲੋ ਦਿਓ ਵਾਰੀ। ਅੱਛਾ ਪਿਸ਼ੌਰਾ ਸਿੰਘ ਜੀ। ਮੈਂ ਰਾਜਵਾਲ ਸਾਹਿਬ ਨੂੰ ਹੈ ਤਾਂ ਥੋੜਾ ਜਿਹਾ ਰੈਪੀਟੀਸ਼ਨ, ਪਰ ਮੈਂ ਇਹਨਾਂ ਨੂੰ ਇੱਕ ਅੰਗਰੇਜ਼ੀ ਇੱਕ ਸੇਇੰਗ ਹੈਗੀ ਕਿ ਉਹ ਥਰੋ ਲੋਟ ਆਫ ਮਡ ਐਂਡ ਸਮ ਵਿਲ ਸਟਿਕ। ਤੁਹਾਡੇ ਤੇ ਇਹਨਾਂ ਨੇ ਮੱਡ ਤੇ ਨਹੀਂ ਸੁੱਟਿਆ, ਪਰ ਸਰਕਾਰ ਵੱਲੋਂ ਜਿਹੜਾ ਨਾ ਉਹ ਹਰ ਕਿਸਮ ਦਾ ਲੇਬਲ ਜਿਹੜਾ ਨਾ ਇਟ ਹੈਜ਼ ਬੀਨ ਥਰੋਨ ਅਗੇਂਸਟ ਯੂ। ਪਰ ਇਟ ਇਜ਼ ਅਮੇਜ਼ਿੰਗ ਵੀ ਕਿਵੇਂ, ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਦੱਸਿਆ ਵੀ ਹਾਊ ਯੂ ਮੈਨੇਜ ਵੀ ਉਹ ਇੱਕ ਵੀ ਤੁਹਾਡੇ ਤੇ ਨਾਲ ਜਿਹੜਾ ਉਹ ਸਟਿਕ ਨਹੀਂ ਕਰ ਸਕਿਆ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਸਰਕਾਰ ਜਿਹੜੀ ਆ ਓਬਵੀਅਸਲੀ ਹੁਣ ਤਾਂ ਬੜਾ ਕਲੀਅਰ ਹੋ ਗਿਆ, ਉਦੋਂ ਸ਼ਾਇਦ ਬਹੁਤਾਂ ਲੋਕਾਂ ਨੂੰ ਨਾ ਪਤਾ ਹੋਵੇ ਕਿ ਇਹ ਉਹ ਕਾਰਪੋਰੇਟ ਮਨੀ ਦੇ ਨਾਲ ਉਹ ਬਣੀ ਹੈ, ਦਾਨੀ ਅਬਾਨੀ ਨਾਲ ਬਣੀ। ਤੇ ਖੁਦਾ ਦਾ ਵਾਸਤਾ ਕਿਤੇ ਉਹ ਜਿਹੜਾ ਨਾ ਉਹ ਠੀਕ ਹੈ, 에ਅਰਪੋਰਟ ਵੀ ਦੇ ਦਿੱਤੇ, ਰੇਲਵੇਜ਼ ਵੀ ਦੇ ਦਿੱਤੇ, ਜੋ ਮਰਜ਼ੀ ਦੇ ਦੇਣ, ਪਰ ਇਹ ਜਿਹੜਾ ਅੰਨਦਾਤਾ ਦਾ ਟਾਈਟਲ ਹੈ ਨਾ, ਜਿਹੜਾ ਤੁਸੀਂ ਬੜਾ ਜਿਹੜਾ ਨਾ ਉਹ ਪੁਸ਼ਤਾਂ ਤੋਂ ਲੈ ਕੇ ਪਿਛਲੇ 5000 ਸਾਲ ਤੋਂ ਲੈ ਕੇ ਕਿਸਾਨਾਂ ਨੇ ਅੰਨਦਾਤੇ ਦਾ ਟਾਈਟਲ ਜਿਹੜਾ ਉਹ ਅਰਨ ਕੀਤਾ, ਉਹ ਅੰਨਦਾਤਾ ਦਾ ਜੇ ਉਹ ਇਹਦੇ ਇਸ ਟਾਈਟਲ ਦੇ ਮਗਰ ਨੇ, ਉਹ ਤੁਹਾਡੀ ਸਿਰਫ ਫਸਲਾਂ ਦੇ ਮਗਰ ਨਹੀਂ। ਇਹ ਤੇ ਐਜ਼ ਆਈ ਅੰਡਰਸਟੈਂਡ ਜੇ ਇਹ ਕਾਮਯਾਬ ਹੋ ਜਾਵੇ that will be the end of the family farm। ਜੇ if it is the end of the family farm ਸਿਰ ਫਿਰ ਉਹ ਸਾਡੀ ਬਰੀਡਿੰਗ ਗਰਾਊਂਡ ਹੈ ਜਿਹੜੀ ਜਿਹਦੇ ਤੁਸੀਂ ਕਹਿੰਦੇ ਜੇ ਕਿਸਾਨ ਦੇ 2 ਪੁੱਤ ਨੇ, ਇੱਕ ਫੌਜ ਦੇ ਵਿੱਚ ਜਾਂਦਾ ਔਰ ਇੱਕ ਜਿਹੜਾ ਉਹ ਖੇਤਾਂ ਜਾਂਦਾ। ਜਦੋਂ ਉਹ 60-70% ਜਾਂ ਉਹ 65% ਜਿਹੜੇ 10 ਏਕੜ ਤੋਂ ਘੱਟ ਨੇ, they will wound up and they will finish, or the family farm will that will be the end of it। ਉਹ ਸਾਡੀ ਬਰੀਡਿੰਗ ਗਰਾਊਂਡ ਵੀ ਜਿਹੜੀ ਹੈ ਉਹ ਜਾਂਦੀ ਰਹੇਗੀ। ਸੋ that is ਔਰ I cannot imagine ਵੀ ਅੰਨਦਾਤੇ ਦਾ ਟਾਈਟਲ ਜਿਹੜਾ ਇੱਕ ਵੇਲੇ ਉਹ ਖੁੱਸ ਕੇ ਤੁਹਾਡੇ ਕੋਲੋਂ ਤੇ ਕਾਰਪੋਰੇਟ ਘਰਾਣੇ ਕੋਲ ਇਹ ਹੋਵੇ ਵੀ ਅੰਨਦਾਤਾ ਹੁਣ ਜਿਹੜਾ ਅਦਾਨੀ ਅਬਾਨੀ ਬਣ ਗਿਆ ਜਾਂ ਕੋਈ ਹੋਰ ਕਾਰਪੋਰੇਟ ਬਣ ਗਈ ਹੈ, ਉਹ ਮੈਂ ਸਮਝਦਾ ਵੀ ਬਹੁਤ ਵੱਡੀ ਉਹ ਗੱਲ ਹੋਵੇਗੀ। ਪਰ ਜਿਹੜਾ ਤੁਸੀਂ ਪੱਤਰਾ ਜਿਹੜਾ ਠੱਲ ਦਿੱਤਾ ਹੈ, ਇਹ ਇਤਿਹਾਸ ਜਦੋਂ ਲਿਖਿਆ ਜਾਵੇਗਾ ਉਹਦੇ ਵਿੱਚ ਜਿਹੜਾ ਨਾ ਉਹ ਇੱਕ ਟਰਨਿੰਗ ਪੁਆਇੰਟ ਹੈ, ਜਿਹੜਾ ਤੁਸੀਂ ਬੜੀ ਹਿੰਮਤ ਤੇ ਬੜੀ ਮਿਹਨਤ ਤੇ ਬੜੀ ਦਿਆਨਤਦਾਰੀ ਨਾਲ ਜਿਹੜਾ ਉਹ ਲਿਆਂਦਾ। ਔਰ ਇਤਿਹਾਸ ਦੂਜੇ ਪਾਸੇ ਨੂੰ ਜਿਸ ਤਰ੍ਹਾਂ ਦਿੰਦੇ ਨਾ the situation before it gets better it gets worse, it has become worse now। ਪਰ ਉਹ ਵਿਸ਼ੇ ਸਾਈਕਲ ਤੁਸੀਂ ਤੋੜ ਦਿੱਤਾ, ਉਹ ਬੈਡ ਟੂ ਵਰਸ ਜਿਹੜਾ ਜਾਂਦੀ ਸੀ ਗੱਲ ਉਹ ਖਤਮ ਹੋ ਗਈ ਆ, ਹੁਣ ਗੁੱਡ ਆ। ਦੂਜਾ ਮੈਂ ਤੁਹਾਡੇ ਤੋਂ ਮੈਂ ਇਹ ਵਾਅਦਾ ਕਰਨਾ ਚਾਹੁੰਦਾ ਵੀ ਜਦੋਂ when it is all ends ਤੇ will you thank ਮੋਦੀ ਗਵਰਨਮੈਂਟ ਆਲਸੋ ਜਿਨ੍ਹਾਂ ਨੇ ਤੁਹਾਡੀਆਂ ਅੱਖਾਂ ਖੋਲ ਦਿੱਤੀਆਂ ਔਰ ਸਾਰੇ ਕਿਸਾਨ ਪੰਜਾਬ ਨੂੰ ਹੀ ਨਹੀਂ, ਹਰਿਆਣਾ ਨੂੰ ਹੀ ਨਹੀਂ, ਸਾਰੇ ਹਿੰਦੁਸਤਾਨ ਨੂੰ ਉਹਨਾਂ ਨੇ ਇੱਕ ਕਰ ਦਿੱਤਾ। ਮੇਰਾ ਖਿਆਲ ਹੈ ਵੀ ਇਨ ਦੀ ਐਂਡ ਉਹਨਾਂ ਦਾ ਧੰਨਵਾਦ ਜਿਹੜਾ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਕਰਨਾ ਚਾਹੀਦਾ। ਧੰਨਵਾਦ ਉਦੋਂ ਕਰਾਂਗੇ ਜਦੋਂ ਮੰਨਣਗੇ। ਇੱਕ ਇੰਟਰਸਟਿੰਗ ਮਿਸਾਲ ਮੈਂ ਤੁਹਾਨੂੰ ਦੇਣਾ ਚਾਹਾਂਗਾ, ਤੁਸੀਂ ਸਾਰੇ ਸੁਣ ਕੇ ਹੈਰਾਨ ਹੋਵੋਗੇ। ਜਿਸ ਦਿਨ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਾਇਆ ਵੀ ਇਹਨਾਂ ਨੂੰ ਪਾਕਿਸਤਾਨ ਤੋਂ ਫੰਡਿੰਗ ਆਉਂਦੀ ਹੈ, ਇਤਫਾਕ ਇਹ ਹੋਇਆ ਵਾਹਿਗੁਰੂ ਨੇ ਪਤਾ ਨਹੀਂ ਕੀ ਕਲਾ ਵਰਤਾਈ, ਉਸੇ ਦਿਨ ਬਾਰਡਰ ਦੇ ਉੱਤੇ ਸਾਡਾ ਇੱਕ ਤਰਨਤਾਰਨ ਜ਼ਿਲ੍ਹੇ ਦਾ ਜਵਾਨ ਸ਼ਹੀਦ ਹੋਇਆ, ਉਹਦਾ ਫਾਦਰ ਸਾਡੇ ਨਾਲ ਇੱਥੇ ਸੀ, ਸਾਡੇ ਧਰਨੇ ਵਿੱਚ ਸੀ। ਅਸੀਂ ਉਦੋਂ ਹੀ ਪੁੱਛਿਆ ਮੋਦੀ ਸਰਕਾਰ ਨੂੰ ਵੀ ਹੁਣ ਦੱਸੋ ਅਸੀਂ ਪਾਕਿਸਤਾਨ ਨਾਲ ਲੜੇ ਹੋਏ ਹਾਂ। ਤੋ
ਬੜੀ ਵੱਡੀ ਘਟਨਾ ਸੀ। ਅਸੀਂ ਸੁਣਿਆ ਸੀ, ਭਾਵੁਕ ਕਰ ਦਿੰਦੀ ਹੈ ਬੰਦੇ। ਕਰ ਦਿੰਦੀ, ਸਾਨੂੰ ਵੀ ਕੀਤਾ ਉਹਨੇ। ਮੱਲੀ ਸਾਹਿਬ ਤੁਹਾਡਾ ਮੈਨੂੰ ਪਤਾ ਹੁਣ ਸਾਰਿਆਂ ਨੇ ਟਾਈਮ ਆਪਣਾ ਬੜਾ ਸ਼ਾਰਟ ਹੈਗਾ, ਇੱਕ ਮਿੰਟ ਹੋਰ ਲੈ ਕੇ ਮੱਲੀ ਸਾਹਿਬ ਤੁਸੀਂ ਫਾਈਨਲ ਕਰ ਦਿਓ ਕੁਝ, ਫਿਰ ਰੈਪ ਅਪ ਕਰਾਂਗੇ ਜੀ। ਗੋਡ ਬlesਸ ਯੂ। ਥੈਂਕ ਯੂ। ਵੈਸੇ ਤਾਂ ਰਾਜੇਵਾਲ ਸਾਹਿਬ ਤੁਸੀਂ ਦੱਸ ਹੀ ਚੁੱਕੇ ਆ, ਲੇਕਿਨ ਤੁਸੀਂ ਸਾਰੇ ਹੀ ਉੱਥੇ, ਤੁਹਾਡੇ ਵਕੀਲ ਵੀ ਤਕੜੇ ਤਜਰਬੇਕਾਰ ਆ, ਲੇਕਿਨ ਫਿਰ ਵੀ ਮੇਰੀ ਸੋਚ ਇਹ ਹੈ ਕਿ ਜਿਹੜੀ ਜੁਡੀਸ਼ਰੀ ਹੈ ਨਾ ਉੱਥੋਂ ਦੀ, ਉਹ ਤਾਂ ਸਾਨੂੰ ਬਾਹਲੀ ਆਸ ਨਹੀਂ ਰੱਖਣੀ ਚਾਹੀਦੀ, ਤੇ ਇਸ ਕਰਕੇ ਤੁਹਾਨੂੰ ਸਾਵਧਾਨ ਹੋ ਕੇ ਚੱਲਣ ਦੀ ਜ਼ਰੂਰਤ ਹੈ ਜੁਡੀਸ਼ਰੀ ਤੋਂ, ਕਿਉਂਕਿ ਜੁਡੀਸ਼ਰੀ ਵੀ ਅੱਜ ਕੱਲ੍ਹ ਜਿਹੜੀ ਇੰਡੀਆ ਦੇ ਵਿੱਚ ਹੈ, ਕੋਈ ਬਾਹਰ ਟਰਸਟ ਨਹੀਂ ਕਰ ਸਕਦੇ ਇਸ ਉੱਤੇ। ਹੁਣ ਉਹ ਕਿੱਧਰਲੇ ਪਾਸੇ ਝੁਕ ਜਾਣਾ, ਉਹਨੇ ਕਿੱਧਰਲੇ ਪਾਸੇ ਡਿਸੀਜਨ ਦੇ ਦੇਣਾ, ਪਰ ਅਨਸਰਟਨ ਹੈ ਡਿਸੀਜਨ ਜੁਡੀਸ਼ਰੀ। ਇਸ ਕਰਕੇ ਇਹ ਤੋਂ ਸਾਵਧਾਨ ਜ਼ਰੂਰ ਰਹਿਣਾ, ਤੇ ਆਪਣੇ ਜਿਹੜੇ ਐਕਸਪੀਰੀਅੰਸ ਤੁਹਾਡੇ ਲਾਇਰ ਹੈਗੇ ਉਹਨਾਂ ਨੂੰ ਵੀ ਦੁਬਾਰਾ ਫਿਰ ਉਹ ਵੀ ਇਹ ਤੋਂ ਸਾਵਧਾਨ ਰਹਿਣ ਜੁਡੀਸ਼ਰੀ ਤੋਂ। ਧੰਨਵਾਦ। ਓਕੇ, ਚਲੋ ਹਰਭਜਨ ਸਮਰਾ ਜੀ। ਹਰਭਜਨ ਸਮਰਾ। ਹਾਂਜੀ ਰਾਜੇਵਾਲ ਸਾਹਿਬ, ਤੁਹਾਨੂੰ ਇੱਕ ਜਸਟ ਸੁਜੈਸ਼ਨ ਹੀ ਆ ਕਿ ਜਿਸ ਤਰ੍ਹਾਂ ਇਹ ਨੈਸ਼ਨਲ ਮੂਵਮੈਂਟ ਹੋਣ ਉਭਰੀ ਆ, ਤਾਂ ਕਿ ਜਿਹੜੀਆਂ ਪੋਲੀਟੀਕਲ ਪਾਰਟੀਜ਼ ਅੱਗੇ ਤੋਂ ਜਿਹੜੀਆਂ ਇਸ ਤਰ੍ਹਾਂ ਮਜ਼ਦੂਰਾਂ ਨੂੰ ਤੇ ਕਿਸਾਨਾਂ ਨੂੰ ਨਾ ਖਰਾਬ ਕਰ ਸਕਣ, ਹੁਣ ਜੇ ਹੋ ਸਕੇ ਤਾਂ ਤੁਸੀਂ ਇੱਕ ਇਹਦੇ ਵਿੱਚ ਨੈਸ਼ਨਲ ਪਾਰਟੀ ਬਣਾਓ ਕਿ ਯੂ ਹੈਵ ਆਲ ਦੀ ਗਰਾਊਂਡ ਨਾਓ ਸਾਰੀਆਂ ਸਟੇਟਾਂ ਚੋਂ, ਤਾਂ ਕਿ ਤੁਹਾਨੂੰ ਜਿਹੜੀਆਂ ਬਾਕੀ ਕੰਵੈਨਸ਼ਨਲ ਪੋਲੀਟੀਕਲ ਪਾਰਟੀਜ਼ ਹੈਗੀਆਂ, ਤਾਂ ਕਿ ਉਹਨਾਂ ਵੱਲ ਪਵੇ ਤੇ ਇੱਕ ਟਾਈਮ ਆ ਜਾਏ ਤੁਹਾਡੀ ਜਿੱਤ ਹੋ, you can prove it ਕਿ you are for everybody। ਹਾਂਜੀ ਰਾਜੇਵਾਲ ਸਾਹਿਬ। ਇਸ ਪਾਸੇ ਸੋਚਿਆ ਨਹੀਂ, ਗੱਲ ਸਾਰਾ ਸੁਣ, ਧਿਆਨ ਇੱਕੋ ਜਗ੍ਹਾ ਇਹ ਕੇਂਦਰਿਤ ਸੋਚਣ ਵਾਲੀ ਚੀਜ਼ ਹੈ, ਹੈ। ਇਸ ਕਰਕੇ ਇਹ ਤਾਂ ਪਤਾ ਟਾਈਮ ਨਹੀਂ ਦੱਸੂ ਵਾਲੇ। ਚਾਂਦੀ ਵਾਟ, ਕੀ ਕਰਾਂ ਚਾਂਦੀ ਵਾਟ ਤੁਹਾਡਾ ਇੱਕ ਮਿੰਟ ਪਲੀਜ਼, ਗੋ ਅਹੈਡ ਪਲੀਜ਼। ਥੈਂਕ ਯੂ। ਬੋਲਦਾ ਨਹੀਂ, ਉਹ ਤਾਂ ਕਹਿੰਦੇ ਥੜੇ ਤੇ ਨਾ ਚੜੋ, ਤੁਸੀਂ ਕਹਿੰਦੇ ਘੱਟ ਨਾ ਤੋਲੋ। ਹਲੇ ਪਹਿਲਾਂ ਕਾਨੂੰਨ ਤਾਂ ਤੋੜ ਲਈਏ, ਤੁਸੀਂ ਕਹਿੰਦੇ ਪਾਰਟੀ ਬਣਾ ਲਈਏ। ਉਹ ਟਾਈਮ ਦੂਰ ਹੈ। ਮੁੱਦਾ ਤੇ ਉਹਦੇ ਨਾਲ ਹੀ ਕਿਸਾਨਾਂ ਦੇ ਵਿੱਚ ਜਿਹੜੀਆਂ ਅੰਦੋਲਨ ਹੈ, ਇਹ ਕਿਸਾਨਾਂ ਦਾ ਹੀ ਹੈ ਸਾਰਿਆਂ ਦਾ, ਪਰ ਇਹਦੇ ਵਿੱਚ ਸਾਰੇ ਪੋਲੀਟੀਕਲ ਬੰਦਿਆਂ ਦੇ ਬੰਦੇ ਉਹੀ ਕਿਸਾਨ ਵੀ ਹੈ। ਇਹ ਤੁਸੀਂ ਭੁੱਲ ਜਾਓ। ਜਿਹੜੇ ਖਾਲਿਸਤਾਨੀ ਦੇ ਬੰਦੇ ਆਪਦੇ ਹੈਗੇ ਆ, ਉਹ ਤਾਂ ਹੀ ਆ ਕੇ ਇਸ ਮੂਵਮੈਂਟ ਨੂੰ ਖਰਾਬ ਕਰਨ ਦੀ ਖਾਤਰ ਉਹ ਕਾਲਾਂ ਨਾਰੇ ਲਾਉਂਦੇ ਆ। ਇੱਥੇ ਵੀ ਜਦੋਂ ਅਸੀਂ ਕੋਈ ਕਰਦੇ ਆ ਫੰਕਸ਼ਨ, ਤਾਂ ਉਹ ਨਾਰੇ ਲਾਉਂਦੇ ਹੀ ਆ। ਇਹ ਭੁੱਲ ਜਾਓ, ਉਹ ਖਰਾਬ ਕਰਨ ਦੀ ਖਾਤਰ ਲਾਉਂਦੇ ਆ ਜਾਂ ਚੰਗੇਤਾ ਵਾਸਤੇ ਲਾਉਂਦੇ ਆ, ਇਹ ਨਹੀਂ ਪਤਾ ਹੁਣ ਕਾਹਤੋਂ। ਇਸ ਮੂਵਮੈਂਟ ਨੂੰ ਜੇ ਸਾਫ਼ ਰੱਖਣਾ, ਇਹਨਾਂ ਨੇ ਰੱਖਿਆ ਹੋਇਆ, ਪਰ ਉਹ ਬੰਦੇ ਵਿੱਚ ਹੈਗੇ ਆ। ਪਰ ਇਹ ਅੰਦੋਲਨ ਜਿਹੜਾ ਕਿਸਾਨਾਂ ਕਰਕੇ ਇਹਨਾਂ ਦੇ ਮਗਰ ਲੱਗੇ ਹੋਏ ਆ, ਉਹ ਕਰਨਾ ਚਾਹੀਦਾ, ਤੇ ਉਹ ਇਹਨਾਂ ਨੂੰ ਪੂਰਾ ਸਹਿਯੋਗ ਦਿੰਦੇ ਆ, ਤੇ ਅਸੀਂ ਵੀ ਇਹਨਾਂ ਨੂੰ ਤੁਹਾਨੂੰ ਸਹਿਯੋਗ ਦਿੰਦੇ ਆ। ਜਿੰਨੇ ਵੀ ਇੱਥੇ ਦੇ ਬਾਹਰਲੇ ਫਾਰਮਰ ਹੈ, ਤੇ ਅਸੀਂ ਇੱਥੇ ਦੇ ਜਿੰਨੇ ਵੀ ਪੋਲੀਟੀਕਲ ਬੰਦੇ ਹੈਗੇ ਆ, ਕਾਂਗਰਸਮੈਨ ਹੈ, ਅਸੈਂਬਲੀਮੈਨ ਹੈ, ਪ੍ਰੈਜ਼ੀਡੈਂਟ ਹੈ, ਗਵਰਨਰ ਹੈ, ਆਪਣਾ ਐਂਬੈਸਡਰ ਹੈ, ਖਾਸ ਕਰਕੇ ਉਹਨੂੰ ਜਿੰਨਾ ਵੀ ਅਸੀਂ ਉਹਨਾਂ ਨੂੰ ਕਹਿ ਸਕਦੇ ਆ, ਇਹੀ ਤੁਹਾਡੇ ਵਾਂਗੂ ਸ਼ਾਂਤੀ ਨਾਲ ਕਰਦੇ ਆ। ਬਹੁਤ ਸਾਰੇ ਸੈਨ ਫਰਾਂਸਿਸਕੋ ਕੱਢਿਆ, ਫ੍ਰਿਜ਼ਨੋ ਕੱਢਿਆ, ਕੀ ਹੈ ਵੈਨਕੂਵਰ ਕੱਢਿਆ, ਪਰ ਉੱਥੇ ਵੀ ਨਾਰੇ ਲਾਏ ਆ ਲੋਕਾਂ ਨੇ। ਪਰ ਉਹਨਾਂ ਤੋਂ ਆਪਾਂ ਬਚ ਕੇ ਰਹਿਣਾ, ਤੇ ਨਾ ਉਹ ਬਚੇ ਹੋਏ ਆ, ਉਹਨਾਂ ਨੂੰ ਨਹੀਂ ਸੁਣਦੇ ਲੋਕ, ਖਾਸ ਕਰ ਉਹ ਕਿਸਾਨਾਂ ਨੂੰ ਸਪੋਰਟ ਕਰਦੇ ਆ, ਤੇ ਉਹਨਾਂ ਨੇ ਕੁਛ ਨਾ ਕੁਛ ਕਹਿਣਾ ਹੀ ਹੁੰਦਾ ਬੰਦਿਆਂ ਨੇ ਜਿਹੜੇ ਆਏ ਹੁੰਦੇ ਆ। ਮੈਂ ਤਾਂ ਬਲਜਿੰਦਰ ਜੀ, ਇਹ ਤੁਸੀਂ ਬੜਾ ਰੈਪ ਅਪ ਕਰ ਦਿਓ ਪਲੀਜ਼। ਬਲਜਿੰਦਰ ਜੀ ਰੈਪ ਅਪ ਕਰ ਦਿਓ। ਰਾਜੇਵਾਲ ਸਾਹਿਬ, ਆਪਾਂ ਰੈਪ ਅਪ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਕੁਝ ਦਿਨ ਪਹਿਲਾਂ ਇੱਕ ਤੁਸੀਂ ਸਟੇਟਮੈਂਟ ਦਿੱਤੀ ਸੀ ਕਿ ਆਪਾਂ ਫਲੈਗਸ ਤੇ ਜਿਹੜੇ ਨਿਹੰਗ ਸਿੰਘ ਆ ਆਪਣੀ ਛਾਉਣੀ ਸੈਪਰੇਟ ਕਰ ਲਓ। ਅਸੀਂ ਉਸ ਦੇ ਨਾਲ ਬਹੁਤ ਜ਼ਿਆਦਾ ਖੁਸ਼ ਸੀ। ਮੈਂ ਤਾਂ ਆਈ ਵਾਸ ਰੀਅਲੀ ਡਿਲਾਈਟਡ, ਕਿਉਂਕਿ ਇਹ ਬਹੁਤ ਜ਼ਰੂਰੀ ਗੱਲ ਸੀ ਕਿ ਇਸ ਨੂੰ ਪੰਜਾਬ ਜਾਂ ਸਿੱਖਾਂ ਦਾ ਰੰਗ ਨਾ ਦਿੱਤਾ ਜਾਵੇ। ਇਸ ਨੂੰ ਇੰਡੀਆ ਦੀ ਕਿਸਾਨ ਮੂਵਮੈਂਟ ਵਿੱਚ ਰੱਖਣਾ ਜ਼ਰੂਰੀ ਆ, ਔਰ ਸਾਡੇ ਲਈ ਕ੍ਰਿਟੀਕਲ ਆ। ਇਹ ਸਾਡੇ ਲਈ ਬਹੁਤ ਕ੍ਰਿਟੀਕਲ ਆ ਕਿ ਅਸੀਂ ਉਸ ਦੇ ਉੱਤੇ ਕੰਟਰੋਲ ਰੱਖੀਏ। ਔਰ ਤੁਸੀਂ ਬਹੁਤ ਵੱਡਾ ਵਧੀਆ ਗੱਲ ਸਟੇਟਮੈਂਟ ਦਿੱਤੀ, ਔਰ ਇਹ ਵੀ ਸਾਨੂੰ ਪਤਾ ਕਿ ਕੁਝ ਲੋਕਾਂ ਨੇ ਕ੍ਰਿਟਿਸਾਈਜ਼ ਕੀਤਾ, ਤੁਸੀਂ ਖਿਮਾ ਲਈ ਮੰਗੀ ਆ, ਪਰ ਸਾਡੇ ਮੁਤਾਬਕ ਉਹਦੀ ਲੋੜ ਨਹੀਂ ਸੀ। ਤੁਹਾਡੀ ਬਹੁਤ ਅੱਛੀ ਸਟੇਟਮੈਂਟ ਸੀ, ਔਰ ਉਹਦਾ ਜ਼ਰੂਰੀ ਸੀ ਕਰਨਾ। ਅਸੀਂ ਬਹੁਤ ਧੰਨਵਾਦੀ ਹਾਂ ਤੁਹਾਡੇ, ਤੁਸੀਂ ਇਹ ਗੱਲ ਉਦੋਂ ਐਕਸ਼ਨ ਲਿਆ। ਇਹਦੇ ਨਾਲ ਹੀ ਅਸੀਂ ਹੁਣ ਸਮਝਦੇ ਹਾਂ ਕਿ ਤੁਹਾਡਾ ਟਾਈਮ ਕਾਫੀ ਹੋ ਗਿਆ।
ਅਸੀਂ ਬਹੁਤ ਧੰਨਵਾਦੀ ਹਾਂ, ਤੁਸੀਂ ਸਾਨੂੰ ਇਹ ਟਾਈਮ ਦਿੱਤਾ, ਸਾਡੇ ਨਾਲ ਆਪਣੇ ਵਿਚਾਰ ਸ਼ੇਅਰ ਕੀਤੇ ਤੇ ਸਾਡੇ ਸੁਣੇ। ਰਾਜੇਵਾਲ ਸਾਹਿਬ, ਮੈਂ ਥੋੜਾ ਜਿਹਾ ਫਾਈਨਲ 2 ਵਰਡ ਕਹਿ ਦੇਵਾਂ। ਸਾਡੀ ਕੋਸ਼ਿਸ਼ ਇਹ ਹੈਗੀ ਆ ਕਿ ਨਿਊਜ਼ ਮੀਡੀਆ ਅਸੀਂ ਵਰਲਡ ਵਾਈਡ ਨਿਊਟਰਲ ਅੱਛੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡਾ ਕਾਫੀ ਨੈਟਵਰਕ ਹੈਗਾ, ਉਹਦੇ ਵਿੱਚ ਸਾਰੇ ਹਿੰਦੂ ਭਰਾ ਵੀ, ਜਿਵੇਂ ਤੁਹਾਡੇ ਕੋਲ ਹੁਣ ਸਾਰੇ ਯੂਪੀ ਤੋਂ ਨਾਲ ਨੇ, ਹੋਰ ਸਾਡੇ ਸਾਰੇ ਭਰਾ ਨੇ ਸਾਡੇ, ਠੀਕ ਨੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਇਹ ਪੋਲੀਟੀਕਲ ਪਾਰਟੀਆਂ 'ਚ ਕੰਮ ਹੁੰਦੇ ਜਾਂਦੇ ਰਹਿਣੇ ਆ, ਕਿ ਸਾਡਾ ਨਿਊਜ਼ ਮੀਡੀਆ ਹੈਗਾ, ਅਸੀਂ ਵੀ ਟਰਾਈ ਟੂ ਬੀ ਡੂ ਵਨ ਬਿਗ ਨਿਊਜ਼ ਮੀਡੀਆ ਜਿਹੜਾ ਕਿ ਐਜ਼ ਏ ਨਿਊਟਰਲ ਚੱਲੇ, ਸੱਚੀ ਗੱਲ ਨੂੰ ਸੱਚੀ ਕਹੇ, ਕੋਈ ਇਸ ਤਰ੍ਹਾਂ ਦੀ ਸੋਚੇ ਨਾ। ਸੋ ਵੀ ਆਰ ਵਰਕਿੰਗ ਵੈਰੀ ਸੀਰੀਅਸਲੀ ਅਬਾਊਟ ਦਿਸ ਲਾਸਟ 15-20 years, ਦੈਟ ਇਜ਼ ਆਵਰ ਨੈਟਵਰਕ ਦੇਅਰ, ਠੀਕ ਨੇ। ਤੇ ਥੈਂਕ ਯੂ ਵੈਰੀ ਮਚ। ਤੁਸੀਂ ਹੁਣ ਆਪਣਾ ਫਾਈਨਲ ਜੋ ਵੀ 2 ਮੈਂ ਅੱਧੇ ਮਿੰਟ 'ਚ ਕਹਿ ਕੇ ਸਾਡਾ ਵਾਹਿਗੁਰੂ ਖਾਲਸਾ ਬੁਲਾ ਦਿੰਦੇ ਆ ਜੀ, ਬੋਲੋ ਜੀ। ਬਹੁਤ ਮਿਹਰਬਾਨੀ, ਤੁਸੀਂ ਮੇਰੇ ਨਾਲ ਖੁੱਲ ਕੇ ਆਪਣੇ ਮਨ ਦੀ ਗੱਲ ਕੀਤੀ ਤੇ ਮੈਂ ਉਮੀਦ ਕਰਦਾ ਤੁਸੀਂ ਸਾਰੇ ਜ਼ਿੰਮੇਵਾਰ, ਆਪੋ ਆਪਣੇ ਥਾਂ ਅਹਿਮ ਪੋਜੀਸ਼ਨਾਂ ਰੱਖਣ ਵਾਲੇ ਲੋਕ ਹੋ, ਔਰ ਸਭ ਤੋਂ ਬੜੀ ਗੱਲ ਕਲੀਅਰ ਹੈਡਡ ਲੋਕ ਹੋ। ਕਲੀਅਰ ਹੈਡਡ ਲੋਕਾਂ ਦੀ ਸੁਸਾਇਟੀ 'ਚ ਬਹੁਤ ਜ਼ਰੂਰਤ ਹੁੰਦੀ ਹੈ ਤੇ ਉਹ ਇੱਕ ਤਾਕਤ ਬਣਦੇ ਨੇ ਫਿਰ ਇਹੋ ਜਿਹੇ ਅੰਦੋਲਨਾਂ ਦੀ, ਤੇ ਤੁਸੀਂ ਸਾਡੇ ਨਾਲ ਖੜੇ ਹੋ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਫੇਰ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Mali Saab, do you want to say something about that? What the government should do, what they supposed to settle that? I think you have a good ideas, please. ਸਭ ਤੋਂ ਪਹਿਲਾਂ ਤਾਂ ਗਵਰਨਮੈਂਟ ਦੀ ਮੈਂ ਸਮਝਦਾ ਵੀ ਬਹੁਤ ਵੱਡੀ ਗਲਤੀ ਹੈ। ਉਹਨਾਂ ਨੂੰ ਪਹਿਲਾਂ ਕੰਸਲਟ ਕਰਨਾ ਚਾਹੀਦਾ ਸੀਗਾ ਤੇ ਵਿਟਨੈਸ ਵਗੈਰਾ ਕਾਲ ਕਰਨੀ ਚਾਹੀਦਾ ਸੀ ਪਾਰਲੀਮੈਂਟਰੀ ਕਮੇਟੀ ਦੇ ਵਿੱਚ, ਤਾਂ ਕਿ ਉਹ ਤੇ ਗੌਰ ਕਰਕੇ ਪਾਰਲੀਮੈਂਟਰੀ ਕਮੇਟੀ ਦੇ ਵਿੱਚ ਮੀਟਿੰਗਾਂ ਕਰਕੇ ਤੇ ਵੱਖਰੇ ਵੱਖਰੇ ਜਿਹੜੇ ਫਾਰਮਰ ਐਸੋਸੀਏਸ਼ਨ ਹੈ ਜਾਂ ਲੇਬਰ ਐਸੋਸੀਏਸ਼ਨ ਹੈ ਜਾਂ ਆਪਣਾ ਆੜਤੀ ਹੈ, ਸਾਰੀਆਂ ਐਸੋਸੀਏਸ਼ਨ ਨੂੰ ਸੱਦ ਕੇ ਉਹਨਾਂ ਨੂੰ ਵਿਟਨੈਸ ਨੂੰ ਬੁਲਾ ਕੇ ਉਹਨਾਂ ਨੂੰ ਇਨਫੋਰਮੇਸ਼ਨ ਦੇਣੀ ਚਾਹੀਦੀ ਸੀ ਤੇ ਉਹਨਾਂ ਦੇ ਵਿਊ ਲੈਣੇ ਚਾਹੀਦੇ ਸੀ ਕੀ ਗਲਤ ਹੈ ਕੀ ਨਹੀਂ, ਤਾਂ ਕਿ ਉਹਦੇ 'ਚ ਲਾਭ ਬਣਾਉਣ ਤੋਂ ਪਹਿਲਾਂ ਉਹਦੇ 'ਚ ਕੋਈ ਚੇਂਜਸ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਕਰ ਸਕਦੇ। ਲੇਕਿਨ ਮੈਂ ਕਹਿੰਦਾ ਬਹੁਤ ਵੱਡੀ ਗਲਤੀ ਹੈ ਇੰਡੀਆ ਸਰਕਾਰ ਦੀ, ਜਿਹਨਾਂ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ ਤੇ ਕਾਹਲੀ ਤੋਂ ਕੰਮ ਲਿਆ, ਕਾਹਲੀ ਜਿਵੇਂ ਕਿ ਕਰੋਨਾ ਦੀ ਆੜ ਦੇ ਵਿੱਚ ਇਹਨਾਂ ਨੇ ਕਿਹਾ ਛੇਤੀ ਬਿੱਲ ਪਾਸ ਕਰ ਦਿਓ। ਕੋਈ ਵੀ ਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਇਹਨਾਂ ਨੇ ਕੋਈ ਕੰਮ ਮੈਂ ਸਮਝਦਾ ਨਹੀਂ ਕੀਤਾ ਤੇ ਇਸੇ ਕਰਕੇ ਹੁਣ ਇਹਦਾ ਰੋਜ਼ਾਨਾ ਜਿਹੜੇ ਭੁਗਤ ਰਹੇ ਆ। ਤੇ ਹਜੇ ਵੀ ਚਲੋ ਸਰਕਾਰ ਨੂੰ ਚਾਹੀਦਾ ਕਿ ਇੱਕ ਬਹੁਤ ਸੀਰੀਅਸ ਇਸ਼ੂ ਆ ਕਿਸਾਨਾਂ ਵਾਸਤੇ, ਖਾਸ ਤੌਰ ਤੇ ਇਹਨਾਂ ਤੇ ਗੌਰ ਕਰਨੀ ਚਾਹੀਦੀ ਤੇ ਇਸ ਨੂੰ ਛੇਤੀ ਤੋਂ ਛੇਤੀ ਨਿਬੇੜਨਾ ਚਾਹੀਦਾ।